ਪਿਆਰੇ ਵਿਦਿਆਰਥੀਓ, ਅੱਜ ਅਸੀਂ ਮਾਡਰਨ ਆਫਿਸ ਪ੍ਰੈਕਟਿਸ 11ਵੀਂ ਕਲਾਸ ਪਹਿਲਾ ਚੈਪਟਰ ਇੰਟਰੋਡਕਸ਼ਨ ਟੂ ਮਾਡਰਨ ਆਫਿਸ ਲੈ ਕੇ ਆਏ ਹਾਂ। ਇਹਦੇ ਵਿੱਚ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੇ ਉਹ ਵਿਸ਼ਾ ਹੈਗਾ ਆ ਜਿਹਦੇ ਨਾਲ ਅਸੀਂ ਜਾਣ ਪਾਵਾਂਗੇ ਕਿ ਜਿਹੜਾ ਸਾਡਾ ਆਧੁਨਿਕ ਦਫ਼ਤਰ ਹੈਗਾ ਇਹਦੀਆਂ ਕਾਰਜ ਵਿਧੀਆਂ ਕਿਸ ਤਰ੍ਹਾਂ ਦੀਆਂ ਹੁੰਦੀਆਂ ਨੇ। ਇਹ ਸਾਡਾ ਪਹਿਲਾ ਐਪੀਸੋਡ ਵੀ ਹੈਗਾ ਆ। ਸਭ ਤੋਂ ਪਹਿਲਾਂ ਆਪਾਂ ਸਮਝੀਏ ਕਿ ਇੰਟਰੋਡਕਸ਼ਨ ਐਂਡ ਮੀਨਿੰਗ ਆਫ ਆਫਿਸ, ਸਾਡਾ ਜਿਹੜਾ ਦਫ਼ਤਰ ਆ ਉਹਦੀ ਜਾਣ ਪਛਾਣ ਤੇ ਉਹਦਾ ਅਰਥ ਸਾਨੂੰ ਸਥਾਪਿਤ ਹੋ ਜਾਵੇ। An office is a place where administrative and commercial activity take place. It is a room or a suite of rooms or a building where business is conducted, record and are kept and work is performed by one or more employees. ਉਹਦੇ ਵਿੱਚ ਕੀ ਹੋਊਗਾ ਬੱਚੇ, ਇੱਕ ਤੋਂ ਜ਼ਿਆਦਾ EMPLOYE ਹੋਣਗੇ, ਇੱਕ ਕਮਰਾ ਹੋ ਸਕਦਾ ਜਾਂ ਕੁਝ ਕਮਰੇ ਹੋਣਗੇ ਤੇ ਉਹਦੇ ਵਿੱਚ ਕੋਈ ਐਡਮਿਨਿਸਟ੍ਰੇਟਿਵ ਜਾਂ ਕਮਰਸ਼ੀਅਲ ਐਕਟੀਵਿਟੀ ਚੱਲ ਰਹੀ ਹੋਏਗੀ ਤੇ ਆਪਾਂ ਉਹਨੂੰ ਫਿਰ ਸਮਝਾਂਗੇ ਕਿ ਉਹ ਸਾਡਾ ਕੋਈ ਆਫਿਸ ਹੈਗਾ ਆ, ਕਿਉਂਕਿ ਆਫਿਸ ਦਾ ਬਹੁਤ ਮਹੱਤਵ ਹੈ। ਪੂਰਾ ਦਾ ਪੂਰਾ ਜਿਹੜਾ ਸਾਡੇ ਟੌਪਿਕਸ ਹੈਗੇ ਨੇ ਉਹ ਇਹਦੇ ਇਰਦ ਗਿਰਦ ਚੱਲਣਗੇ ਕਿ ਸਾਡਾ ਆਫਿਸ ਕੀ ਹੈਗਾ ਆ ਤੇ ਜਿਹੜਾ ਨਵਾਂ ਆਫਿਸ ਹੈਗੇ ਨੇ, ਆਧੁਨਿਕ ਆਫਿਸ ਹੈਗੇ ਨੇ, ਨਵੇਂ ਜ਼ਮਾਨੇ ਦੇ ਆਫਿਸ ਹੈਗੇ ਨੇ, ਉਹ ਕਿਸ ਤਰ੍ਹਾਂ ਦੇ ਹੋਣਗੇ। ਇਹ ਵਿਸ਼ਾ ਤੁਹਾਡੇ ਵਾਸਤੇ ਜਾਣੂ ਕਰਾਏਗਾ ਤੇ ਤੁਸੀਂ ਸਮਝਣ ਦੀ ਕੋਸ਼ਿਸ਼ ਕੀਤੀ ਕਿ ਸਾਡਾ ਮੀਨਿੰਗ ਕੀ ਹੈਗਾ। ਇਸੇ ਚੀਜ਼ ਨੂੰ ਆਪਾਂ ਐਜ਼ ਅ ਡੈਫੀਨੇਸ਼ਨ ਦੇ ਰੂਪ ਸਮਝੀਏ ਕਿ ਐਨ ਆਫਿਸ ਇਜ਼ ਅ ਪਲੇਸ ਵੇਅਰ ਐਡਮਿਨਿਸਟ੍ਰੇਟਿਵ ਐਂਡ ਪ੍ਰੋਫੈਸ਼ਨਲ ਟਾਸਕਸ ਆਰ ਪਰਫਾਰਮ। ਸਿਰਫ ਇੱਕ ਲਾਈਨ ਸਮਝਣ ਦੀ ਲੋੜ ਹੈਗੀ ਆ ਕਿ ਦਫ਼ਤਰ ਇਹੋ ਜਿਹੀ ਜਗ੍ਹਾ ਹੈ ਜਿੱਥੇ ਪ੍ਰਬੰਧਕੀ ਜਾਂ ਪੇਸ਼ੇਵਰ ਕੰਮ ਕੀਤੇ ਜਾਂਦੇ ਹਨ। ਕੋਈ ਵੀ ਮੰਨ ਲੀਜੀਏ ਗਵਰਨਮੈਂਟ ਦਾ ਹੈਗਾ ਆ, ਕੋਈ ਬਿਜ਼ਨਸ ਹੈਗਾ, ਕੋਈ ਆਰਗੇਨਾਈਜੇਸ਼ਨ ਹੈਗੀ ਆ, ਤਾਂ ਆਪਣੀ ਐਕਟੀਵਿਟੀਜ਼ ਜਿੱਥੇ ਮੈਨੇਜ ਕਰਦੀ ਹੋਏਗੀ, ਆਪਰੇਸ਼ਨ ਕਰਦੀ ਹੋਏਗੀ, ਉਹ ਜਗ੍ਹਾ ਸਾਡੀ ਕੀ ਹੋਏਗੀ, ਉਹ ਆਫਿਸ ਕਹਿਲਾਏਗੀ, ਉਹ ਦਫ਼ਤਰ ਕਹਿਲਾਏਗੀ। ਇਹੋ ਹੀ ਉਹਦੀ ਪਰਿਭਾਸ਼ਾ ਹੈਗੀ ਆ। ਉਹ ਫਿਜ਼ੀਕਲ ਸਪੇਸ ਵੀ ਹੋ ਸਕਦੀ ਜੀ ਤੇ ਵਰਚੁਅਲ ਵੀ ਹੋ ਸਕਦੀ ਜੀ, ਕਿਉਂਕਿ ਇਹ ਚੀਜ਼ ਨੂੰ ਬਹੁਤ ਹੁਣ ਅੱਗੇ ਡਿਟੇਲ 'ਚ ਆਪਾਂ ਪੜ੍ਹਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜੀ ਸਪੇਸ ਹੈਗੀ ਆ ਜ਼ਰੂਰੀ ਨਹੀਂ ਹੈ ਕਿ ਇਹ ਕੋਈ ਫਿਜ਼ੀਕਲ ਪਲੇਸ ਹੀ ਹੋਏਗੀ, ਇਹ ਵਰਚੁਅਲ ਪਲੇਸ ਵੀ ਹੋ ਸਕਦੀ ਆ। ਮਗਰ ਹਾਂ, ਇੱਕ ਚੀਜ਼ ਮੰਨ ਕੇ ਚੱਲੋ ਕਿ ਉੱਥੇ EMPLOYE ਹੋਣਗੇ, ਉਹ ਵਰਕ ਕਰਦੇ ਹੋਣਗੇ, ਇੱਕ ਦੂਸਰੇ ਨਾਲ ਸੰਚਾਰ ਕਮਿਊਨੀਕੇਟ ਕਰਦੇ ਹੋਣਗੇ। ਉਹ ਜਿਹੜੇ ਕਰਮਚਾਰੀਆਂ ਦਾ ਕੀ ਹੋਏਗਾ, ਉੱਥੇ ਕੰਮ ਕਰਨਾ ਤੇ ਇੱਕ ਦੂਸਰੇ ਨਾਲ ਸੰਚਾਰ ਕਰਨਾ। ਇਹ ਚੀਜ਼ ਉੱਥੇ ਤੁਸੀਂ ਵੇਖੋਗੇ ਕਿ ਵਾਰ-ਵਾਰ ਹੋ ਰਹੀ ਹੋਏਗੀ ਤੇ ਉਸੇ ਜਗ੍ਹਾ ਦਾ ਨਾਮ ਫਿਰ ਆਪਾਂ ਕੀ ਰੱਖਾਂਗੇ, ਦਫ਼ਤਰ ਕਵਾਂਗੇ। ਤੇ ਉਹ ਆਧੁਨਿਕ ਕਿਸ ਤਰ੍ਹਾਂ ਹੈਗਾ ਉਹਦੇ ਬਾਰੇ ਆਪਾਂ ਹੋਰ ਡਿਟੇਲ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਉਹਨੂੰ ਆਪਾਂ ਆਧੁਨਿਕ ਕਿਸ ਤਰ੍ਹਾਂ ਕਰਾਂਗੇ। ਪਹਿਲਾਂ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਫੀਚਰ ਆਫ ਐਨ ਆਫਿਸ। ਆਫਿਸ ਹੁੰਦਾ ਕਿਸ ਤਰ੍ਹਾਂ ਦਾ ਹੈਗਾ ਆ। ਆਪਾਂ ਇਹ ਤਾਂ ਹੁਣ ਸਮਝ ਲਿਆ ਨਾ ਕਿ ਐਡਮਿਨਿਸਟ੍ਰੇਟਿਵ ਤੇ ਪ੍ਰੋਫੈਸ਼ਨਲ ਵਰਕ ਉੱਥੇ ਕੀਤੇ ਜਾਂਦੇ ਹੈਗੇ ਨੇ। ਆ ਜਿਹੜੇ ਐਡਮਿਨਿਸਟ੍ਰੇਟਿਵ ਤੇ ਪ੍ਰਸ਼ਾਸਨਿਕ ਤੇ ਪੇਸ਼ੇਵਰ ਕੰਮ ਉੱਥੇ ਕੀਤੇ ਜਾਂਦੇ ਨੇ, ਉਹ ਸਥਾਨ ਕਿਸ ਤਰ੍ਹਾਂ ਦਾ ਹੋਗਾ। ਉਹ ਇੱਕ ਕੇਂਦਰੀ ਸਥਾਨ ਹੋਏਗਾ, ਇਹ ਕੋਈ ਸੈਂਟਰਲਾਈਜ਼ਡ ਲੋਕੇਸ਼ਨ ਹੋਏਗੀ ਨਾ। ਸਾਰਿਆਂ ਨੂੰ ਪਤਾ ਹੋਏਗਾ ਕਿ ਇਹ ਜਿਹੜਾ ਆਫਿਸ ਆ ਉਹ ਸਾਡਾ ਹੈਗਾ, ਬਹੁਤ ਸਾਰੀਆਂ ਬ੍ਰਾਂਚਸ ਹੋ ਸਕਦੀਆਂ ਪਰ ਇੱਕ ਸੈਂਟਰਲਾਈਜ਼ਡ ਲੋਕੇਸ਼ਨ ਹੋਏਗੀ ਜਿਹਨੂੰ ਆਪਾਂ ਕਵਾਂਗੇ ਕਿ ਆਹ ਸਾਡਾ ਆਫਿਸ ਹੈਗਾ ਆ। ਉਹ ਸਪੈਸ਼ਲਾਈਜ਼ਡ ਇਕਵਿਪਮੈਂਟ ਐਂਡ ਟੈਕਨੋਲੋਜੀ, ਉਹ ਸਪੈਸ਼ਲਾਈਜ਼ਡ ਹੋਏਗਾ, ਬਹੁਤ ਸਾਰੀਆਂ ਟੈਕਨੋਲੋਜੀ ਤੇ ਬਹੁਤ ਸਾਰੇ ਯੰਤਰਾਂ ਦੇ ਨਾਲ ਸੁਸ਼ੋਭਿਤ ਹੋਏਗਾ। ਉਹਦੇ 'ਚ ਬਹੁਤ ਕੁਛ ਅਵੇਲੇਬਲ ਹੋਏਗਾ, ਜਿਤਨਾ ਉਪਕਰਨ ਤੇ ਟੈਕਨੋਲੋਜੀ ਤੁਹਾਨੂੰ ਨਜ਼ਰ ਆਉਣਗੇ ਤੇ ਉਹਨਾਂ ਦਾ ਯੂਜ਼ ਆਪਾਂ ਕਰ ਰਹੇ ਹੋਵਾਂਗੇ। ਉਹਦੇ ਇਸਤੇਮਾਲ ਨਾਲ ਆਪਣਾ ਕੀ ਕਰ ਰਹੇ ਹੋਵਾਂਗੇ, ਜਾਂ ਤੇ ਆਪਣੇ ਕੰਮ ਨਿਪਟਾ ਰਹੇ ਹੋਵਾਂਗੇ ਤੇ ਜਾਂ ਫਿਰ ਆਪਾਂ ਕਮਿਊਨੀਕੇਟ ਕਰ ਰਹੇ ਹੋਵਾਂਗੇ, ਸੰਚਾਰ ਕਰ ਰਹੇ ਹੋਵਾਂਗੇ ਇੱਕ ਦੂਸਰੇ ਨਾਲ। ਆਪਾਂ ਕਮਿਊਨੀਕੇਟ ਕਰਕੇ, ਵਾਰਤਾਲਾਪ ਕਰਕੇ, ਮਿਲ ਕੇ ਕੋਈ ਨਾ ਕੋਈ ਸਮਾਧਾਨ ਕਰ ਰਹੇ ਹੋਵਾਂਗੇ। ਹੋਰ ਕਿਸ ਤਰ੍ਹਾਂ ਦਾ ਹੋਏਗਾ, ਉਹ ਆਰਗੇਨਾਈਜ਼ਡ ਤੇ ਸਟਰਕਚਰਡ ਹੋਏਗਾ, ਉਹ ਸੰਗਠਿਤ ਤੇ ਢਾਂਚੇਗਤ ਹੋਏਗਾ। ਪਤਾ ਹੋਏਗਾ ਕਿ ਉਹਦਾ ਕੀ ਹੈਗਾ ਆ ਤੇ ਉਹ ਇੱਕ ਪੂਰੇ ਸੰਗਠਨ ਵਿੱਚ ਆਰਗੇਨਾਈਜ਼ਡ ਵੇ ਨਾਲ ਚੱਲ ਰਿਹਾ ਹੋਏਗਾ। ਜਦੋਂ ਆਪਾਂ ਆਫਿਸ ਜਾਂਦੇ ਹਾਂ ਨਾ, ਸਾਰਿਆਂ ਨੂੰ ਕਲੀਅਰ ਹੁੰਦਾ ਨਾ ਕਿ ਕੌਣ ਕੀ ਕੰਮ ਕਰ ਰਿਹਾ ਹੈਗਾ ਆ, ਉਹਦੀ ਪੋਜੀਸ਼ਨ ਕਿੱਥੇ, ਉਹਨੇ ਕਿੱਥੇ ਬੈਠਣਾ ਹੈਗਾ, ਕੀ ਕੰਮ ਕਰਨਾ ਹੈਗਾ ਆ। ਵੈਲ ਆਰਗੇਨਾਈਜ਼ਡ ਤੇ ਵੈਲ ਸਟਰਕਚਰਡ ਹੋਏਗਾ। ਇਹ ਵੀ ਉਹਦਾ ਫੀਚਰ ਤੇ ਉਹਦੀ ਪਹਿਚਾਣ ਹੈਗੀ ਹੈ, ਕਿਉਂਕਿ ਸਾਨੂੰ ਸਮਝ ਹੋਣੀ ਚਾਹੀਦੀ ਹੈ ਟੈਕਨੀਕਲੀ ਉਹ ਆਫਿਸ ਕਿਸ ਤਰ੍ਹਾਂ ਦਾ ਹੋਏਗਾ, ਕਿ ਦੇਖਣ 'ਚ ਕਿਸ ਤਰ੍ਹਾਂ ਦਾ ਹੋਏਗਾ, ਸਮਝਣ 'ਚ ਕਿਸ ਤਰ੍ਹਾਂ ਦਾ ਹੋਏਗਾ, ਇਹ ਚੀਜ਼ਾਂ ਸਾਹਮਣੇ। ਫਿਰ ਉੱਥੇ ਐਟਮੋਸਫੇਅਰ ਕਿਹੋ ਜਿਹਾ ਹੋਗਾ, ਪ੍ਰੋਫੈਸ਼ਨਲ, ਬੜੇ ਪੇਸ਼ੇਵਰ ਮਾਹੌਲ ਹੋਏਗਾ ਉੱਥੇ ਕਿ ਸਾਰੇ ਆਪਣੇ ਕਿਸੇ ਕੰਮ ਨਾਲ ਕੰਮ ਰੱਖ ਰਹੇ ਹੋਣਗੇ। ਹਰ ਇੱਕ ਕੋ ਆਪਣਾ ਇੱਕ ਕੰਮ ਹੋਏਗਾ, ਹਰ ਇੱਕ ਆਪਣੇ ਕੰਮ ਦਾ ਕੁਛ ਐਕਸਪਰਟ ਹੋਏਗਾ। ਕਿ ਮੰਨ ਲੀਜੀਏ ਆਪਾਂ ਆਫਿਸ ਜਾਂਦੇ ਹਾਂ ਨਾ, ਕਦੀ ਵੀ ਤੁਸੀਂ ਆਉਂਦੇ ਜੇ ਵੀ ਮੈਨੂੰ ਇਹ ਕੰਮ ਹੈਗਾ, ਤੁਸੀਂ ਕਦੀ ਵੇਖਿਆ ਤੁਹਾਨੂੰ ਪਰਟੀਕੁਲਰਲੀ ਕਹਿੰਦੇ ਕਿ ਇਸ ਸੀਟ ਤੇ ਚਲੇ ਜਾਓ, ਕਿਉਂ ਕਹਿੰਦੇ ਹੋਣਗੇ? ਕਿਉਂਕਿ ਉੱਥੇ ਉਹ ਐਕਸਪਰਟ ਬੈਠਾ ਹੋਇਆ, ਪ੍ਰੋਫੈਸ਼ਨਲ ਬੈਠਾ ਹੋਇਆ, ਜਿਹੜਾ ਕਿ ਉਹ ਡੀਲ ਕਰ ਰਿਹਾ ਹੈਗਾ ਕਿ ਇਹ ਕੰਮ ਇਸ ਜਗ੍ਹਾ ਤੇ ਹੋ ਸਕਦਾ ਹੈਗਾ। ਤੇ ਪੂਰੇ ਆਫਿਸ ਦਾ ਜਿਹੜਾ ਸਟਰਕਚਰ ਤੁਸੀਂ ਵੇਖੋਗੇ ਨਾ, ਉਹ ਇੱਕ ਪ੍ਰੋਫੈਸ਼ਨਲ ਐਟਮੋਸਫੇਅਰ ਤੁਹਾਨੂੰ ਦੇ ਰਿਹਾ ਹੋਏਗਾ। ਉੱਥੇ ਸਪੋਰਟ ਸਰਵਿਸ ਹੋਏਗੀ, ਤੁਹਾਡੀ ਮਦਦ ਵਾਸਤੇ ਸਾਰੇ ਜਣੇ ਬੈਠੇ ਹੋਣਗੇ ਕਿ ਕਿਹੜਾ ਕੰਮ ਕਿਸ ਤਰ੍ਹਾਂ ਕਰਨਾ ਹੈਗਾ। ਸਹਾਇਤਾ ਸੇਵਾ ਜਿਹਨੂੰ ਆਪਾਂ ਕਹਿੰਦੇ ਹੈਗੇ ਆ, ਉਹ ਤੁਹਾਨੂੰ ਉੱਥੇ ਮਿਲ ਰਹੀ ਹੋਏਗੀ, ਉਹ ਤੁਹਾਨੂੰ ਉੱਥੇ
ਪਹੁੰਚ ਰਹੀ ਹੋਏਗੀ। ਇਹ ਇੱਕ ਫੀਚਰ ਹੈਗਾ ਆ, ਮੰਨ ਕੇ ਚੱਲੋ ਸੈਂਟਰਲਾਈਜ਼ਡ ਹੋਏਗਾ, ਸਪੈਸ਼ਲਾਈਜ਼ਡ ਇਕਵਿਪਮੈਂਟ ਐਂਡ ਟੈਕਨੋਲੋਜੀ ਹੋਏਗਾ, ਆਰਗੇਨਾਈਜ਼ਡ ਐਂਡ ਸਟਰਕਚਰਡ ਹੋਏਗਾ, ਪ੍ਰੋਫੈਸ਼ਨਲ ਐਟਮੋਸਫੇਅਰ ਹੋਏਗਾ, ਸਪੋਰਟ ਐਂਡ ਸਰਵਿਸ ਹੋਏਗਾ, ਤੇ ਉਸ ਤੋਂ ਬਾਅਦ ਸਿਕਿਉਰ ਤੇ ਕੌਨਫੀਡੈਂਸ਼ੀਅਲ ਹੋਏਗਾ। ਜੋ ਵੀ ਤੁਸੀਂ ਆਪਣੀ ਉੱਥੇ ਜਾਣਕਾਰੀ ਦੇ ਰਹੇ ਹੋਏਗੇ ਉਹ ਉੱਥੇ ਜਿਸ ਵਿਅਕਤੀ ਨੂੰ ਤੁਸੀਂ ਦੇ ਰਹੇ ਤੇ ਜਿਸ ਜਗ੍ਹਾ ਤੱਕ ਉਹ ਪਹੁੰਚਣੀ ਚਾਹੀਦੀ ਹੈ ਸਿਰਫ ਉੱਥੋਂ ਤੱਕ ਹੀ ਉਹ ਪਹੁੰਚੇਗੀ, ਉਹ ਪੂਰੀ ਤਰ੍ਹਾਂ ਸਿਕਿਉਰ ਹੋਏਗੀ। ਜਿਸ ਤਰ੍ਹਾਂ ਆਪਾਂ ਬੈਂਕ ਦੀ ਕੋਈ ਡਿਟੇਲ ਦਿੰਨੇ ਹੈਗੇ ਆ, ਅਸੀਂ ਬੈਂਕ ਜਾ ਕੇ ਆਪਣਾ ਆਧਾਰ ਕਾਰਡ ਦਿੰਨੇ ਆ, ਪੈਨ ਨੰਬਰ ਦਿੰਨੇ ਆ, ਤੇ ਕੀ ਉਹ ਦੂਸਰਿਆਂ ਨੂੰ ਸ਼ੇਅਰ ਕਰ ਰਹੇ ਨੇ? ਨਹੀਂ, ਉਹ ਕੌਨਫੀਡੈਂਸ਼ੀਅਲ ਰੱਖ ਰਹੇ ਨੇ, ਸਿਕਿਉਰ ਰੱਖ ਰਹੇ ਨੇ, ਉਹ ਪੂਰੀ ਤਰ੍ਹਾਂ ਸੁਰੱਖਿਅਤ ਤੇ ਗੁਪਤ ਹੋਏਗਾ। ਇਹ ਚੀਜ਼ ਉਹਦੀ ਸਮਝ ਆ। ਹੁਣ ਇੱਕ ਜਿਹੜਾ ਪੁਆਇੰਟ ਹੈਗਾ ਆ ਲਾਸਟ, ਉਹ ਕਿਸੇ ਵੀ ਆਫਿਸ ਨੂੰ ਆਧੁਨਿਕ ਬਣਾਉਣ ਵਿੱਚ ਸਭ ਤੋਂ ਜ਼ਿਆਦਾ ਮਦਦ ਕਰਦਾ। ਵੇਖਣ ਸਾਨੂੰ ਲੱਗਦਾ ਕਿ ਸ਼ਾਇਦ ਟੈਕਨੋਲੋਜੀ ਕਰਦੀ ਹੋਏਗੀ, ਬਹੁਤ ਸਾਰੇ ਯੰਤਰ ਜਿਹੜੇ ਲੱਗੇ ਹੈਗੇ ਉਹ ਕਰਦੇ ਹੋਣਗੇ, ਉਹਦਾ ਕੋਈ ਸਟਰਕਚਰ ਕਰਦਾ ਹੋਏਗਾ। ਨਹੀਂ, ਫਲੈਕਸੀਬਲ ਤੇ ਅਡੈਪਟੇਬਲ ਹੋਣਾ, 8ਵਾਂ ਪੁਆਇੰਟ ਜਿਹੜਾ ਆਪਾਂ ਡਿਸਕਸ ਕਰ ਰਹੇ ਹਾਂ, ਲਚਕਦਾਰ ਤੇ ਅਨੁਕੂਲ ਹੋਣਾ ਉਹਨੂੰ ਆਧੁਨਿਕ ਦਫ਼ਤਰ ਦਾ ਰੂਪ ਦਿੰਦਾ ਹੈਗਾ। ਤੇ ਇੱਕ ਬਹੁਤ ਮੈਨੂੰ ਮੰਨ ਕੇ ਚੱਲਦਾ ਹੈਗਾ ਕਿ ਫੀਚਰ ਆ ਤੇ ਉਹਦਾ ਚਰਿੱਤਰ ਦੱਸਣ ਵਿੱਚ ਕਾਮਯਾਬ ਹੁੰਦਾ ਹੈ। ਅਗਰ ਆਹ ਸਾਰੇ ਗੁਣ ਹੈਗੇ ਨੇ, ਆਹ ਸਾਰੇ ਫੀਚਰ ਹੈਗੇ ਨੇ, ਤੇ ਆਪਾਂ ਸਮਝ ਜਾਵਾਂਗੇ ਕਿ ਇਹ ਸਾਡਾ ਜਿਹੜਾ ਆ ਉਹ ਆਫਿਸ ਆਧੁਨਿਕ ਹੈਗਾ ਆ, ਪੇਸ਼ੇਵਰ ਆ, ਪ੍ਰਸ਼ਾਸਨਿਕ ਉੱਥੇ ਕੀਤੇ ਜਾ ਰਹੇ ਨੇ, ਕੰਮ ਉੱਥੇ ਹੋ ਰਹੇ ਨੇ। ਤੇ ਹੁਣ ਆਪਾਂ ਪੁਆਇੰਟ ਸਮਝੇ ਕਿ ਉਹ ਇੱਕ ਕੇਂਦਰੀ ਸਥਾਨ ਹੋਏਗਾ, ਉੱਥੇ ਟੈਕਨੋਲੋਜੀ ਹੋਏਗੀ, ਉਪਕਰਨ ਹੋਣਗੇ, ਸੰਗਠਿਤ ਹੋਏਗਾ, ਢਾਂਚਾਗਤ ਹੋਏਗਾ, ਪੇਸ਼ੇਵਰ ਮਾਹੌਲ ਹੋਏਗਾ, ਸਹਾਇਤਾ ਸੇਵਾ ਉੱਥੇ ਮਿਲ ਰਹੀ ਹੋਏਗੀ, ਸੁਰੱਖਿਅਤ ਅਤੇ ਗੁਪਤ ਹੋਏਗਾ, ਲਚਕਦਾਰ ਤੇ ਅਨੁਕੂਲ ਹੋਏਗਾ। ਲਚਕਦਾਰ ਤੋਂ ਮੇਰਾ ਭਾਵ ਇਹ ਹੈਗਾ ਆ ਕਿ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ, ਹੁਣ ਆਉਣ ਵਾਲੇ ਆਫਿਸ ਜਿਹੜੇ ਤੁਸੀਂ ਵੇਖ ਰਹੇ ਜੇ, ਨਵੇਂ ਆਫਿਸ ਜਿਹਨੂੰ ਆਪਾਂ ਆਧੁਨਿਕ ਆਫਿਸ ਕਹਿੰਦੇ ਆ, ਮਾਡਰਨ ਆਫਿਸ ਕਹਿੰਦੇ ਹੈਗੇ ਆ, ਉਹ ਉਹਦੇ ਚ ਬਹੁਤ ਕੁਝ ਫਲੈਕਸੀਬਲ ਹੁੰਦਾ, ਉਹਦੀ ਟਾਈਮਿੰਗ ਫਲੈਕਸੀਬਲ ਹੋ ਸਕਦੀ, ਉੱਥੇ ਜਗ੍ਹਾ ਫਲੈਕਸੀਬਲ, ਉਹ ਚ ਹਾਇਰਾਰਕੀ ਆਰਡਰ ਬਹੁਤ ਜ਼ਿਆਦਾ ਸਟ੍ਰਿਕਟ ਨਹੀਂ ਹੁੰਦਾ ਹੈਗਾ, ਉਹ ਉੱਪਰ ਤੋਂ ਲੈ ਕੇ ਨੀਚੇ ਨਾ ਹੋ ਕੇ ਹੌਰੀਜ਼ੌਂਟਲ ਵੇ ਨਾ ਹੁੰਦਾ ਹੈਗਾ ਆ। ਤੇ ਇਹ ਸਾਰੀਆਂ ਚੀਜ਼ਾਂ ਜਦੋਂ ਆਪਾਂ ਵੇਖਾਂਗੇ ਤੇ ਸਾਨੂੰ ਕਲੀਅਰ ਹੋ ਰਿਹਾ ਹੋਏਗਾ ਕਿ ਆਫਿਸ ਵੇਖਣ ਵਿੱਚ ਕਿਸ ਤਰ੍ਹਾਂ ਦਾ ਹੁੰਦਾ ਹੋਗਾ, ਉਹਦੇ ਗੁਣ ਕਿਸ ਤਰ੍ਹਾਂ ਦੇ, ਵਿਸ਼ੇਸ਼ਤਾਵਾਂ ਕਿਸ ਤਰ੍ਹਾਂ ਦੀਆਂ ਹੁੰਦੀਆਂ ਹੋਣਗੀਆਂ, ਉਹਦੇ ਫੀਚਰ ਕਿਸ ਤਰ੍ਹਾਂ ਦੇ ਹੋਣਗੇ, ਲੱਛਣ ਉਹਦੇ ਕਿਸ ਤਰ੍ਹਾਂ ਦੇ ਨਜ਼ਰ ਆਉਂਦੇ ਹੋਣਗੇ। ਤੇ ਇਹ ਚੀਜ਼ ਅਗਰ ਆਪਾਂ ਨੂੰ ਸਮਝ ਲਿਆ ਤੇ ਸਾਨੂੰ ਇੱਕ ਬੇਸਿਕ ਚੀਜ਼ ਸਮਝ ਆ ਜਾਂਦੀ ਹੈਗੀ ਆ ਕਿ ਸਾਡਾ ਆਫਿਸ ਹੁੰਦਾ ਕਿਸ ਤਰ੍ਹਾਂ ਦਾ ਹੈਗਾ ਆ। ਕਿਉਂਕਿ ਇਹ ਸਮਝਣਾ ਬਹੁਤ ਜ਼ਰੂਰੀ ਹੈਗਾ ਆ ਕਿ ਜੇ ਆਫਿਸ ਸਾਨੂੰ ਦਾ ਕੁਐਸਚਨ ਜਦੋਂ ਸਾਡੇ ਸਾਹਮਣੇ ਆਏਗਾ ਤੇ ਆ ਜਦੋਂ ਆ ਬੇਸਿਕ ਚੀਜ਼ਾਂ ਆਪਾਂ ਕਰਨ ਚ ਕਾਮਯਾਬ ਹੋ ਜਾਂਦੇ ਆ ਤੇ ਸਾਨੂੰ ਇੱਕ ਮੇਨ ਆਈਡੀਆ ਮਿਲ ਜਾਂਦਾ ਹੈਗਾ ਆ ਕਿ ਵੀ ਸਾਡਾ ਜਿਹੜਾ ਆਫਿਸ ਹੈਗਾ ਉਹਦੇ ਆ ਸਾਰੇ ਲੱਛਣ, ਵਿਸ਼ੇਸ਼ਤਾਵਾਂ, ਗੁਣ ਹੁੰਦੇ ਹੈਗੇ ਨੇ। ਅਗਰ ਆ ਸਾਨੂੰ ਕਲੀਅਰ ਹੋ ਰਹੇ ਨੇ ਤੇ ਇਹਦਾ ਮਤਲਬ ਕਿਤੇ ਨਾ ਕਿਤੇ ਅਸੀਂ ਆਫਿਸ ਸਮਝਣ ਵਿੱਚ ਕਾਮਯਾਬ ਹੋ ਰਹੇ ਹੈਗੇ ਹਨ। ਇਸ ਤੋਂ ਬਾਅਦ ਅਸੀਂ ਸਮਝਾਂਗੇ ਸਟੈਪ ਇਨਵੋਲਵ ਇਨ ਆਫਿਸ ਆਰਗੇਨਾਈਜੇਸ਼ਨ। ਜਦੋਂ ਆਪਾਂ ਇੱਕ ਆਫਿਸ ਨੂੰ ਆਰਗੇਨਾਈਜ਼ ਕਰਨਾ ਹੈਗਾ ਆ, ਉਹਨੂੰ ਸੰਗਠਨ ਦਾ ਰੂਪ ਦੇਣਾ ਹੈਗਾ ਆ, ਸੰਗਠਿਤ ਕਰਨਾ ਹੈਗਾ ਆ, ਉਹਦੇ ਵਾਸਤੇ ਕਿਹੜੇ ਕਿਹੜੇ ਕਦਮ ਹੈਗੇ ਨੇ? ਇੱਕ ਹੈਗਾ ਯੋਜਨਾਬੰਦੀ, ਕਿ ਆਪਾਂ ਉਹਨੂੰ ਪਲੈਨਿੰਗ ਕਰਨੀ ਪਊਗੀ। ਤੇ ਜਦੋਂ ਆਪਾਂ ਬਿਜ਼ਨਸ ਸਟੱਡੀ ਪੜ੍ਹਦੇ ਨਾ, ਇਹ ਸਾਰੇ ਪੁਆਇੰਟ ਉਹਦੇ ਵਿੱਚ ਵੀ ਆਉਂਦੇ ਹੈਗੇ ਨੇ, ਤਾਂ ਕਰਕੇ ਮਿਲੇ ਜੁਲੇ ਰੂਪ ਹੈਗੇ ਨੇ। ਜਿਹੜੇ ਕਮਰਸ ਦੇ ਵਿਦਿਆਰਥੀ ਹੈਗੇ ਨੇ, ਤੁਸੀਂ ਵੇਖੋਗੇ ਕਿ ਬਿਜ਼ਨਸ ਸਟੱਡੀ, MOP, FAB, ਇੱਕ ਬਹੁਤ ਸਾਰੇ ਕਾਰਜ ਖੇਤਰ ਇੱਕ ਦੂਸਰੇ ਸਬਜੈਕਟ ਜਿਹੜੇ ਇੱਕ ਦੂਸਰੇ ਨਾਲ ਮਿਲਦੇ ਆ। ਜਦੋਂ ਆਪਾਂ ਇਹਨਾਂ ਨੂੰ ਸਮਝ ਲੈਂਦੇ ਆ ਤੇ ਕਿਤੇ ਨਾ ਕਿਤੇ ਆਪਾਂ ਇੱਕ ਚੰਗੇ ਵਿਦਿਆਰਥੀ ਦੇ ਰੂਪ 'ਚ ਹਰ ਚੀਜ਼ ਨੂੰ, ਕਨਸੈਪਟ ਨੂੰ ਸਮਝ ਕੇ ਚੱਲਦੇ ਹੈਗੇ ਆ। ਤੇ ਹੁਣ ਪਲਾਨਿੰਗ, ਆਪਾਂ ਵਾਰ-ਵਾਰ ਜ਼ਿਕਰ ਕਰਦੇ ਹੁੰਦੇ ਨਾ, ਪਲਾਨਿੰਗ ਵੀ ਇਨੀਸ਼ੀਅਲ ਕੰਮ ਹੈਗਾ, ਸਭ ਤੋਂ ਸਟਾਰਟ ਵਾਲਾ ਕੰਮ ਹੈਗਾ। ਸਭ ਤੋਂ ਪਹਿਲਾਂ ਆਪਾਂ ਪਲਾਨਿੰਗ ਕਰਨੀ ਹੁੰਦੀ ਆ ਕਿ ਸਾਡਾ ਆਫਿਸ ਕਿਸ ਤਰ੍ਹਾਂ ਦਾ ਹੋਏਗਾ, ਉਹਦੇ 'ਚ ਕੌਣ ਕੀ ਕੰਮ ਕਰ ਰਿਹਾ ਹੋਏਗਾ, ਕਦੋਂ ਕਰ ਰਿਹਾ ਹੋਏਗਾ, ਉਹ ਸਾਰੀ ਚੀਜ਼ ਦੀ ਜਿਹੜੀ ਰੂਪਰੇਖਾ ਹੈਗੀ ਆ ਉਹਨੂੰ ਆਪਾਂ ਕਹਿੰਦੇ ਆ ਪਲਾਨਿੰਗ। ਇਹ ਫਸਟ ਸਟੈਪ ਵੀ ਹੁੰਦਾ ਹੈਗਾ। ਫਿਰ ਆਰਗੇਨਾਈਜ਼ਿੰਗ ਕਰਨਾ, ਇਹ ਵੀ ਇੱਕ ਸਾਡਾ ਸਟੈਪ ਹੁੰਦਾ ਆ। ਉਹਦਾ ਆਯੋਜਨ ਕਰਨਾ, ਇਹ ਉਹਦਾ ਸਟੈਪ ਹੁੰਦਾ ਆ। ਇਸ ਤੋਂ ਬਾਅਦ ਜਦੋਂ ਆਪਾਂ ਕੋਈ ਵੀ ਰੱਖਦੇ ਹੈਗੇ ਆ ਇੱਕ ਆਫਿਸ, ਆਪਾਂ ਮੰਨ ਕੇ ਚੱਲੀਏ ਕਿ ਉੱਥੇ ਇੰਪਲੋਇਜ਼ ਤੇ ਜ਼ਰੂਰ ਹੋਣਗੇ, ਚਾਹੇ ਉਹ ਵਰਚੁਅਲ ਆਫਿਸ ਹੋਵੇ, ਚਾਹੇ ਉਹ ਸਾਡਾ ਫਿਜ਼ੀਕਲ ਲੋਕਲ ਆਫਿਸ ਹੋਵੇ, ਕਿਸੇ ਪਾਰਟਿਕੂਲਰ ਲੋਕੇਸ਼ਨ ਤੇ ਹੋਵੇ। ਉਹਦੇ ਵਿੱਚ ਸਟਾਫਿੰਗ ਦਾ ਬਹੁਤ ਮਹੱਤਵ ਹੈ। ਕੋਈ ਨਾ ਕੋਈ ਇੰਪਲੋਏ ਤੇ ਕੰਮ ਕਰਦਾ ਹੋਏਗਾ। ਜਿਹੜਾ ਇੰਪਲੋਏ ਕੰਮ ਕਰ ਰਿਹਾ ਹੈਗਾ ਆ, ਉਹਦੀ ਰਿਕਰੂਟਮੈਂਟ ਕਰਨੀ ਹੈਗੀ ਆ, ਤੇ ਕਦੀ ਉਹਦੀ ਰਿਟਾਇਰਮੈਂਟ ਵੀ ਕਰਨੀ ਆ, ਕਦੀ ਉਹਨੇ ਲੀਵ ਵੀ ਲੈਣੀ ਹੈਗੀ ਆ, ਉਹਦੀ ਜਗ੍ਹਾ ਆਪਾਂ ਦੂਸਰਾ ਬੰਦੋਬਸਤ ਵੀ ਕਰਨਾ ਹੈਗਾ ਆ। ਤੇ ਇਹ ਜਿਹੜਾ ਕੰਮ ਹੈਗਾ HR ਦਾ, ਬਹੁਤ ਵੱਡਾ ਕੰਮ ਹੁੰਦਾ। ਪੂਰਾ ਪੂਰਾ ਇੱਕ ਵੱਡੀ ਕਲਾਸ ਜਦੋਂ ਜਾਓਗੇ ਨਾ, ਪੂਰੇ ਡਿਪਾਰਟਮੈਂਟ ਤੁਸੀਂ ਵੇਖੋਗੇ, ਹਿਊਮਨ ਰਿਸੋਰਸ ਡਿਵੈਲਪਮੈਂਟ ਉਹ ਡਿਪਾਰਟਮੈਂਟ ਕਹਿਲਾਉਂਦਾ ਹੈਗਾ। ਉਹਦਾ ਮੇਨ ਕੰਮ ਕੀ ਹੁੰਦਾ? ਸਟਾਫਿੰਗ। ਇਹਨੂੰ ਹੁਣ ਆਪਾਂ ਜਦੋਂ +1 +2 ਚ ਪੜ੍ਹਦੇ ਆ, ਇਹ ਵਰਡ ਬਹੁਤ ਜ਼ਿਆਦਾ ਆਉਂਦਾ ਹੈਗਾ ਕਿ ਸਟਾਫਿੰਗ, ਤੇ ਅਸੀਂ ਉਹਨੂੰ ਸਟਾਫਿੰਗ ਦਾ ਰੂਪ ਵੀ ਦੇਵਾਂਗੇ। ਡਾਇਰੈਕਟਿੰਗ, ਦੇਖੋ ਜਦੋਂ ਵੀ ਮੈਨੇਜਰ ਹੁੰਦਾ ਉਹ ਡਾਇਰੈਕਟਿੰਗ ਕਰ ਰਿਹਾ ਹੋਗਾ, ਟੌਪ ਤੋਂ ਲੋਅਰ ਲੈਵਲ ਤੱਕ ਜਦੋਂ ਮੈਨੇਜਮੈਂਟ ਚੱਲਦੀ ਹੈਗੀ ਆ, ਤੇ ਆਪਾਂ ਵੇਖਦੇ ਹੈਗੇ ਕਿ ਉਹਦੇ 'ਚ ਡਾਇਰੈਕਸ਼ਨ ਦਿੱਤਾ ਜਾਂਦਾ ਹੈਗਾ ਆ, ਉਹਨੂੰ ਆਪਾਂ ਡਾਇਰੈਕਟਿੰਗ ਕਹਿੰਦੇ ਆ।
ਜਿਸ ਤਰ੍ਹਾਂ ਆਪਾਂ ਵੇਖਦੇ ਨਾ ਮੂਵੀਜ਼ ਦਾ ਐਗਜ਼ਾਮਪਲ ਦਿੰਦੇ ਹੁੰਦੇ ਆ ਕਿ ਡਾਇਰੈਕਟਰ ਹੈ ਉਹਦਾ, ਯਾਨੀ ਉਹ ਕਰ ਕੀ ਰਿਹਾ ਹੁੰਦਾ, ਡਾਇਰੈਕਸ਼ਨ ਦੇ ਰਿਹਾ ਹੁੰਦਾ ਨਾ ਜਿਹੜਾ, ਉਹਨੂੰ ਆਪਾਂ ਟੈਕਨੀਕਲੀ ਸਮਝਦੇ ਆ ਆਫੀਸ਼ੀਅਲ ਭਾਸ਼ਾ ਵਿੱਚ ਡਾਇਰੈਕਟਿੰਗ। ਕਿ ਆਫਿਸ ਜਦੋਂ ਆਪਾਂ ਚਲਾਉਣਾ ਹੈ ਤਾਂ ਉਹਦੇ ਵਿੱਚ ਡਾਇਰੈਕਟਿੰਗ ਹੋ ਰਹੀ ਹੋਏਗੀ, ਦਿਸ਼ਾ ਨਿਰਦੇਸ਼ ਦਿੱਤੇ ਜਾ ਰਹੇ ਹੋਣਗੇ ਕਿ ਕਿਹੜਾ ਕੰਮ ਕਿਸ ਤਰ੍ਹਾਂ ਨਿਰਦੇਸ਼ਨ ਨਾਲ ਹੀ ਤੇ ਉਹ ਸਾਰਾ ਆਫਿਸ ਚੱਲੇਗਾ ਨਾ। ਕੋਈ ਨਾ ਕੋਈ ਤਾਂ ਰੂਲ ਬੁੱਕ ਹਰ ਇੱਕ ਦੀ ਹੁੰਦੀ ਹੈਗੀ ਆ ਕਿ ਕਿਹੜਾ ਕੰਮ ਕਦੋਂ ਕਰਨਾ ਹੈ ਤੇ ਕਿਸ ਤਰ੍ਹਾਂ ਕਰਨਾ ਹੈ ਤੇ ਕਿੰਨੇ ਕਰਨਾ ਹੈਗਾ ਆ, ਤੇ ਇਸ ਚੀਜ਼ ਦੀ ਬਹੁਤ ਸਮਝ ਹੋਣੀ ਚਾਹੀਦੀ ਹੈਗੀ ਆ ਸਾਨੂੰ। ਇਸ ਤੋਂ ਬਾਅਦ ਹੈਗਾ ਆ ਕੋਆਰਡੀਨੇਸ਼ਨ, ਕੋਆਰਡੀਨੇਟਿੰਗ। ਜਿੰਨਾ ਚਿਰ ਤਾਲਮੇਲ ਨਹੀਂ ਹੋਏਗਾ ਉਹ ਆਫਿਸ ਨਹੀਂ ਕਹਿਲਾਉਂਦਾ ਹੈਗਾ। ਜਿੰਨੇ ਵੀ EMPLOYE ਨੇ, ਭਾਵੇਂ ਉਹ 2 EMPLOYE ਹੋਣ, ਭਾਵੇਂ 20,000 ਹੋਣ, 2 ਲੱਖ ਹੋਣ, ਜਿੰਨੇ ਵੀ ਸਾਡੇ EMPLOYE ਹੈਗੇ ਉਹਨਾਂ ਦਾ ਆਪਸੀ ਕੋਆਰਡੀਨੇਟਿੰਗ ਕਰ ਪਾਉਣਾ ਇਹ ਬਹੁਤ ਇੰਪੋਰਟੈਂਟ ਹੈਗਾ। ਤਾਲਮੇਲ ਬਹੁਤ ਇੰਪੋਰਟੈਂਟ ਹੈਗਾ, ਕੋਲੈਬੋਰੇਸ਼ਨ ਬਹੁਤ ਇੰਪੋਰਟੈਂਟ ਹੈਗਾ ਆ ਕਿ ਉਹ ਮਿਲ ਕੇ ਕੰਮ ਕਰ ਪਾਉਣ। ਕਿਉਂਕਿ ਜੋ ਉਹਨਾਂ ਦਾ ਮੁੱਖ ਉਦੇਸ਼ ਹੁੰਦਾ, ਜੋ ਆਬਜੈਕਟਿਵ ਜਾਂ ਗੋਲ ਹੁੰਦੇ ਆ ਕਿਸੇ ਵੀ ਆਰਗੇਨਾਈਜੇਸ਼ਨ ਦੇ, ਉਹ ਕਿਸ ਤਰ੍ਹਾਂ ਚੱਲਦੇ ਹੈਗੇ ਨੇ, ਉਹ ਕੋਲੈਬੋਰੇਸ਼ਨ ਨਾਲ ਚੱਲਦੇ ਹੈਗੇ, ਕੋਆਰਡੀਨੇਸ਼ਨ ਨਾਲ ਚੱਲਦੇ ਹੈਗੇ ਨੇ ਕਿ ਅਸੀਂ ਆ ਮਿਲ ਕੇ ਕੰਮ ਕਰ ਰਹੇ ਹੈਗੇ ਆ ਤੇ ਇਹਦਾ ਸਾਡਾ ਇਹ ਜਿਹੜਾ ਟੀਚਾ ਆ, ਗੋਲ ਆ, ਆਬਜੈਕਟਿਵ ਆ, ਆਪਾਂ ਇਹਨੂੰ ਪ੍ਰਾਪਤ ਕਰਨਾ ਹੈਗਾ ਆ। ਉਹਨੂੰ ਪ੍ਰਾਪਤ ਕਰਨ ਵਾਸਤੇ ਕੋਆਰਡੀਨੇਸ਼ਨ ਦਾ ਇੱਕ ਬਹੁਤ ਖਾਸ ਮਹੱਤਵ ਆ। ਬਿਨਾਂ ਕੋਆਰਡੀਨੇਸ਼ਨ ਦੇ ਕੁਝ ਵੀ ਨਹੀਂ ਹੋ ਸਕਦਾ ਹੈਗਾ। ਇਸ ਕਰਕੇ ਇਹ ਚੀਜ਼ ਮੰਨ ਕੇ ਚੱਲੋ ਕਿ ਆਪਾਂ ਕੋਆਰਡੀਨੇਸ਼ਨ ਕਰ ਰਹੇ ਹੋਵਾਂਗੇ, ਤਾਲਮੇਲ ਜਿਹੜਾ ਹੈਗਾ ਆ ਉਹ ਆਪਾਂ ਸਥਾਪਿਤ ਕੀਤਾ ਹੋਏਗਾ ਤੇ ਉਹ ਸਥਾਪਨਾ ਦੇ ਨਾਲ ਹੀ ਫਿਰ ਆਪਾਂ ਅੱਗੇ ਵਧ ਰਹੇ ਹੋਵਾਂਗੇ। ਤੇ ਇਸ ਚੀਜ਼ ਨੂੰ ਆਪਾਂ ਸਮਝ ਕੇ ਚੱਲਣਾ ਹੈਗਾ ਕਿ ਇਹ ਉਹਦੇ ਸਟੈਪਸ ਹੈਗੇ ਨੇ ਜਿੱਦਾਂ ਆਪਾਂ ਕਿਸੇ ਆਫਿਸ ਨੂੰ ਆਰਗੇਨਾਈਜ਼ ਕਰਨਾ ਹੈਗਾ। ਇਵੈਲੂਏਸ਼ਨ ਜਿਹੜੀ ਹੈਗੀ ਉਹ ਵੀ ਬਹੁਤ ਜ਼ਰੂਰੀ ਹੈਗੀ, ਮੁਲਾਂਕਣ ਕਰਨਾ। ਜਿਹੜਾ ਵੀ ਸਾਡਾ ਕੰਮ ਹੋ ਰਹੇ ਨੇ, ਸੋਚੋ ਕਿ ਆਪਣਾ ਪਲਾਨਿੰਗ ਕੀਤੀ, ਫਿਰ ਆਪਾਂ ਆਰਗੇਨਾਈਜ਼ਿੰਗ ਕਰ ਲਈ, ਸਟਾਫਿੰਗ ਕਰ ਲਈ, ਡਾਇਰੈਕਟਿੰਗ ਕਰ ਲਈ, ਕੋਆਰਡੀਨੇਟਿੰਗ ਕਰ ਲਈ, ਕੰਟਰੋਲਿੰਗ ਵੀ ਕਰ ਲਈ, ਠੀਕ ਹੈ ਨਾ। ਪਰ ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈਗਾ ਆ, ਮੁਲਾਂਕਣ ਕਰਨਾ ਹੈਗਾ। ਕੰਟਰੋਲਿੰਗ ਜਿਹੜਾ ਹੈਗਾ ਆ ਕਿ ਆਪਾਂ ਉਹਦੇ ਵਿੱਚ ਕੰਟਰੋਲਿੰਗ ਕਰਨ ਤੋਂ ਬਾਅਦ ਅਸੀਂ ਕੀ ਮੁੱਖ ਕੰਮ ਕਰ ਰਹੇ ਹੁੰਦੇ ਆ। ਨਿਯੰਤਰਣ ਕਰਨ ਤੋਂ ਬਾਅਦ, ਤਾਲਮੇਲ ਤੋਂ ਬਾਅਦ ਕੀ ਸੀ, ਨਿਯੰਤਰਣ ਸੀ, ਤੇ ਨਿਯੰਤਰਣ ਤੋਂ ਬਾਅਦ ਕੀ ਹੈਗਾ, ਮੁਲਾਂਕਣ ਹੈਗਾ ਆ। ਤੇ ਮੁਲਾਂਕਣ ਤੋਂ ਬਾਅਦ ਹੈਗਾ ਮੇਨਟੇਨਿੰਗ, ਉਸ ਚੀਜ਼ ਨੂੰ ਸਾਰੇ ਨੂੰ ਮੇਨਟੇਨ ਕਰਨਾ, ਉਸ ਪੂਰੇ ਆਫਿਸ ਨੂੰ, ਉਸ ਢਾਂਚੇ ਨੂੰ ਮੇਨਟੇਨ ਕਰਨਾ। ਤੇ ਇਹ ਸਟੈਪ ਕਿਸ ਤਰ੍ਹਾਂ ਚੱਲਦੇ ਆ, ਪਲਾਨ, ਆਰਗੇਨਾਈਜ਼ਿੰਗ, ਸਟਾਫਿੰਗ, ਡਾਇਰੈਕਟਿੰਗ, ਕੋਆਰਡੀਨੇਟਿੰਗ, ਕੰਟਰੋਲਿੰਗ, ਇਵੈਲੂਏਟਿੰਗ ਤੇ ਮੇਨਟੇਨਿੰਗ। ਇਹ ਸਾਰੇ ਸਟੈਪ ਚੱਲਦੇ ਹੈਗੇ ਨੇ ਤੇ ਕਿਸੇ ਵੀ ਆਫਿਸ ਦਾ ਤੇ ਬਾਰ-ਬਾਰ ਰਿਪੀਟ ਹੋਣਗੇ। ਜ਼ਰੂਰੀ ਨਹੀਂ ਕਿ ਪਹਿਲਾਂ ਪਲਾਨਿੰਗ ਹੋਗੀ ਤੇ ਬਾਅਦ ਚ ਨਹੀਂ ਹੋ ਸਕਦਾ, ਇਵੈਲੂਏਸ਼ਨ ਇੱਕ ਵਾਰ ਹੋਗੀ ਤੇ ਬਾਅਦ ਚ ਨਹੀਂ ਹੋ ਸਕਦਾ, ਕੰਟਰੋਲਿੰਗ ਅਗਰ ਆਪਾਂ ਕਰ ਲਈ ਤੇ, ਕਿਉਂਕਿ ਇਹ ਸਾਰੇ ਪ੍ਰੋਸੈਸ ਲਗਾਤਾਰ ਚੱਲਦੇ ਰਹਿੰਦੇ ਹੈਗੇ ਨੇ। ਇਹ ਆਪਾਂ ਹਰ ਵਾਰੀ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਬੱਚਿਆਂ ਨੂੰ ਕਿ ਕੰਟੀਨਿਊਸ ਪ੍ਰੋਸੈਸ ਵਿੱਚ ਹੁੰਦੇ ਨੇ। ਇਹ ਕੋਈ ਰੁਕਿਆ ਹੋਇਆ ਕੰਮ ਨਹੀਂ ਹੈ ਕਿ ਇੱਕ ਵਾਰ ਹੋ ਗਿਆ ਤੇ ਬਾਅਦ ਵਿੱਚ ਆਪਾਂ ਨਹੀਂ ਕਰ ਰਹੇ ਹੁੰਦੇ ਆ। ਇਹ ਲਗਾਤਾਰਤਾ ਵਿੱਚ ਚੱਲਦੇ ਹੈਗੇ ਨੇ ਤੇ ਇਸ ਚੀਜ਼ ਨੂੰ ਆਪਾਂ ਸਮਝ ਕੇ ਚੱਲਣਾ ਹੈਗਾ। ਇਹ ਬਹੁਤ ਮੇਨ ਕੁਐਸਚਨ ਹੈਗਾ ਸੀ ਜਿਹੜਾ ਬਿਜ਼ਨਸ ਸਟੱਡੀ ਵਿੱਚ ਵੀ ਤੁਹਾਨੂੰ ਆਏਗਾ, ਜਦੋਂ ਤੁਸੀਂ ਇੰਟਰਵਿਊ ਤੇ ਜਾਓਗੇ ਉਦੋਂ ਵੀ ਤੁਹਾਡੇ ਜੌਬ ਵਿੱਚ ਪੁੱਛਿਆ ਜਾ ਸਕਦਾ ਹੈਗਾ ਆ। ਇਹਨੂੰ ਆਪਾਂ ਇਸ ਤਰ੍ਹਾਂ ਸਮਝ ਕੇ ਚੱਲਣਾ ਹੈਗਾ ਕਿ ਇੱਕ ਮੇਨ ਸਟੈਪ ਹੈਗੇ ਨੇ ਕਿਸੇ ਵੀ ਆਫਿਸ ਨੂੰ ਆਰਗੇਨਾਈਜ਼ਡ ਕਰਨ ਵਿੱਚ, ਉਹਨੂੰ ਸੰਗਠਨ ਦਾ ਰੂਪ ਵਿੱਚ ਦੇਣ ਵਿੱਚ। ਹੁਣ ਆਪਾਂ ਸਭ ਤੋਂ ਪਹਿਲਾਂ ਸਮਝੀਏ, ਸਾਡੀ ਬੁੱਕ ਦਾ ਨਾਮ ਹੈ ਨਾ ਮਾਡਰਨ ਆਫਿਸ ਪ੍ਰੈਕਟਿਸ, ਕਿ ਆਧੁਨਿਕ ਦਫ਼ਤਰ ਦੀ ਕਾਰਜ ਵਿਧੀਆਂ। ਤੇ ਸਾਨੂੰ ਕਲੀਅਰ ਹੋਣਾ ਚਾਹੀਦਾ ਹੈਗਾ ਆ ਕਿ ਜੇ ਆਪਾਂ ਆਧੁਨਿਕ ਪੜ੍ਹਨਾ ਹੈਗਾ ਆ ਤਾਂ ਸਾਨੂੰ ਕਮ ਸੇ ਕਮ ਟ੍ਰੈਡੀਸ਼ਨਲ ਆਫਿਸ ਕਿਸ ਤਰ੍ਹਾਂ ਦਾ ਹੁੰਦਾ ਉਹ ਕਮ ਸੇ ਕਮ ਕਲੀਅਰ ਹੋਵੇ ਕਿ ਉਹ ਆਫਿਸ ਹੁੰਦਾ ਕਿਸ ਤਰ੍ਹਾਂ ਸੀ। ਟ੍ਰੈਡੀਸ਼ਨ ਵਾਲੇ ਨੂੰ ਕੀ ਕਰਨੇ ਹੈਗੇ ਆ, ਉਹ ਦਾ ਟ੍ਰੈਡੀਸ਼ਨ ਆਫਿਸ ਆਲਸੋ ਨੋਨ ਐਜ਼ a manual office refer to the office environment and practice that existed before the widespread use of computer and other advanced technology। ਬੱਚੇ ਹੁਣ ਜਿਹੜੀ ਵਿਆਪਕ ਰੂਪ ਤੇ ਟੈਕਨੋਲੋਜੀ ਆ ਚੁੱਕੀ ਹੈਗੀ ਆ, ਉਹਦੀ ਮੌਜੂਦਗੀ ਤੋਂ ਪਹਿਲਾਂ, ਇਹ ਕੰਪਿਊਟਰ ਦੀ ਮੌਜੂਦਗੀ ਤੋਂ ਪਹਿਲਾਂ ਜਿਹੜੇ ਆਫਿਸ ਹੁੰਦੇ ਸੀ ਉਹਨਾਂ ਨੂੰ ਆਪਾਂ ਕੀ ਸਮਝਦੇ ਹੈਗੇ ਆ, ਉਹਨਾਂ ਨੂੰ ਆਪਾਂ ਟ੍ਰੈਡੀਸ਼ਨਲ ਸਮਝਦੇ ਹੈਗੇ ਆ। ਤੇ ਉਹ ਜਿਹੜੇ ਟ੍ਰੈਡੀਸ਼ਨਲ ਆਫਿਸ ਹੈਗੇ ਸੀ ਉੱਥੇ ਜ਼ਿਆਦਾਤਰ ਕੰਮ ਕਿਸ ਤਰ੍ਹਾਂ ਹੁੰਦੇ ਸੀ, ਮੈਨੂਅਲ ਹੁੰਦੇ ਸੀ। ਤੁਸੀਂ ਨਾ ਇਮੇਜਿਨ ਕਰਕੇ ਵੇਖੋ ਕਿ ਅੱਜ ਤੋਂ 10-20 ਸਾਲ ਪਹਿਲਾਂ ਜਿਹੜੇ ਬੈਂਕਿੰਗ ਸੈਕਟਰ ਹੋਊਗਾ ਉਹ ਕਿਸ ਤਰ੍ਹਾਂ ਚੱਲਦਾ ਹੋਊਗਾ। ਉਹ ਸਾਰਾ ਹਿਸਾਬ ਕਿਤਾਬ ਕਾਗਜ਼ਾਂ ਤੇ ਕਰਦੇ ਸੀ, ਮੈਨੂਅਲੀ ਕਰਦੇ ਸੀ, ਇੱਕ ਦੂਸਰੇ ਤੋਂ ਪੁੱਛ ਕੇ ਉੱਤੋਂ ਕਾਪੀ ਕਰਦੇ ਹੋਏ ਅੱਗੇ ਵਧਦੇ ਹੁੰਦੇ ਸੀ। ਮਗਰ ਹੁਣ ਆ ਸਾਰੀਆਂ ਚੀਜ਼ਾਂ ਕਿਸ ਤਰ੍ਹਾਂ ਹੋ ਰਹੀਆਂ ਨੇ, ਇਹ ਸਾਰੀਆਂ ਚੀਜ਼ਾਂ ਆਨਲਾਈਨ ਹੋ ਰਹੀਆਂ ਨੇ। ਹੁਣ ਇਹਦਾ ਰੂਪ ਬਦਲ ਗਿਆ ਤੇ ਆਪਾਂ ਇਮੇਜਿਨ ਕਰਨਾ ਹੈਗਾ ਆ ਕਿ ਜਿਹੜੇ ਆਫਿਸ ਕੰਪਿਊਟਰ ਆਉਣ ਤੋਂ ਪਹਿਲਾਂ, ਉਦੋਂ ਫਿਰ ਟੂਲਸ ਕਿਹੜੇ ਹੋਣਗੇ ਬੱਚੇ, ਸੋਚੋ। ਉਦੋਂ ਸਾਡੇ ਕੋਲ ਕੀ ਹੁੰਦਾ ਹੋਊਗਾ, ਅਸੀਂ ਕਿਹੜੀ ਚੀਜ਼ਾਂ ਦੀ ਵਰਤੋਂ ਕਰਦੇ ਹੋਵਾਂਗੇ। ਹੁਣ ਤਾਂ ਆਪਾਂ ਕਹਿ ਰਹੇ ਨੇ ਕਿ ਸਾਡੇ ਕੋਲ ਕੰਪਿਊਟਰ ਆ ਗਏ ਨੇ, ਪ੍ਰਿੰਟਰ ਆ ਗਏ ਨੇ, ਹੁਣ ਟੈਕਨੋਲੋਜੀ ਆ ਗਈ ਹੈ, ਇੰਟਰਨੈਟ, ਵਾਈਫਾਈ, ਬਲੂਟੂਥ, ਇਹੋ ਜਿਹੀਆਂ ਡਿਵਾਈਸਿਸ ਆ ਗਈਆਂ ਨੇ।
ਤੇ ਜਿਹੜਾ ਟ੍ਰੈਡੀਸ਼ਨਲ ਆਫਿਸ ਹੁੰਦਾ ਹੋਊਗਾ ਉਹਦੇ ਵਿੱਚ ਕਿਸ ਤਰ੍ਹਾਂ ਦੀਆਂ ਫਿਰ ਸੁਵਿਧਾਵਾਂ ਹੁੰਦੀਆਂ ਹੋਣਗੀਆਂ, ਕਿਹੜੇ ਟੂਲਸ ਹੁੰਦੇ ਹੋਣਗੇ, ਕਿਸ ਤਰ੍ਹਾਂ ਇਸਤੇਮਾਲ ਕਰਦੇ ਹੋਣਗੇ। ਵੇਖੋ ਇੱਕ ਤੇ ਪੇਪਰ ਪੈਨ ਚੱਲਦਾ ਹੈਗਾ ਸੀ ਕਿ ਉਹਨਾਂ ਕੋਲ ਪੇਪਰ ਹੁੰਦੇ ਸੀ, ਪੈਨ ਹੁੰਦੇ ਸੀ, ਕਿਉਂਕਿ ਉਹਨਾਂ ਨੇ ਹਰ ਚੀਜ਼ ਲਿਖਣੀ ਹੁੰਦੀ ਸੀ। ਫਿਰ ਉਹਨਾਂ ਕੋਲ ਟਾਈਪਰਾਈਟਰ ਹੁੰਦੇ ਸੀ, ਉਹ ਮੈਨੂਅਲ ਟਾਈਪਰਾਈਟਰ ਹੁੰਦੇ ਸੀ ਨਾ, ਉਹ ਟਾਈਪ ਕਰਦੇ ਸੀ ਤੇ ਉੱਤੇ ਸਾਹਮਣੇ ਪ੍ਰਿੰਟ ਆ ਜਾਂਦਾ ਸੀ, ਉਹਨੂੰ ਆਪਾਂ ਸੇਵ ਨਹੀਂ ਕਰ ਸਕਦੇ ਸੀ। ਇੱਕ ਵਾਰ ਜਿਹੜਾ ਪ੍ਰਿੰਟ ਹੋ ਗਿਆ ਉਹ ਫਾਈਨਲ ਹੁੰਦਾ ਸੀ, ਅਗਰ ਉਹ 'ਚ ਗਲਤੀ ਹੋਈ ਸਾਰਾ ਦਾ ਸਾਰਾ ਤੁਹਾਨੂੰ ਦੁਬਾਰਾ ਕਰਨਾ ਪੈਂਦਾ ਹੈਗਾ ਸੀ। ਤੇ ਉਹਦੇ ਵਿੱਚ ਜਦੋਂ ਆਪਾਂ ਇੱਕ ਦੂਸਰੇ ਨੂੰ ਵਾਰਤਾਲਾਪ ਵੀ ਕਰਦੇ ਹੋਣਗੇ, ਕਮਿਊਨੀਕੇਟ ਕਰਦੇ ਹੋਣਗੇ, ਸੰਚਾਰ ਦੇ ਸਾਧਨ ਕੀ ਹੁੰਦੇ ਹੋਣਗੇ, ਉਦੋਂ ਆਪਾਂ ਰਿਟਨ ਕਰਦੇ ਹੁੰਦੇ ਹਾਂ, ਕੋਈ ਲੈਟਰਸ ਪਾਉਣੇ ਹੋਵਾਂਗੇ, ਮੈਮੋਸ ਲਿਖਦੇ ਹੋਵਾਂਗੇ, ਠੀਕ ਹੈ ਨਾ, ਇਹ ਚੀਜ਼ਾਂ ਚੱਲਦੀਆਂ ਸੀ। ਉਹ ਵਾਇਆ ਮੇਲ ਵੀ ਜਾ ਸਕਦੇ ਸੀ, ਬਾਈ ਹੈਂਡ ਵੀ ਡਿਲੀਵਰ ਹੁੰਦੇ ਸੀ ਕਿ ਇੱਕ ਆਫਿਸ ਤੋਂ ਦੂਸਰੇ ਆਫਿਸ ਤੱਕ ਇੱਕ ਬੰਦਾ ਜਾਂਦਾ ਸੀ, ਉਹਨਾਂ ਨੂੰ ਜਾ ਕੇ ਦੇ ਕੇ ਆਉਂਦਾ ਹੁੰਦਾ ਸੀ। ਤੇ ਇਹ ਰੂਪ ਸੀ ਸਾਡਾ ਟ੍ਰੈਡੀਸ਼ਨਲ ਆਫਿਸ ਦਾ, ਜਿਹਦੇ ਵਿੱਚ ਕੰਪਿਊਟਰ ਨਹੀਂ ਹੈਗੇ, ਟੈਕਨੋਲੋਜੀ ਨਹੀਂ ਹੈਗੀ। ਉੱਥੇ ਕੀ ਹੈਗਾ, ਪੇਪਰ ਹੈਗੇ ਨੇ, ਪੈਨ ਹੈਗੇ ਨੇ, ਟਾਈਪਰਾਈਟਰ ਹੈਗੇ ਨੇ, ਤੇ ਕਮਿਊਨੀਕੇਸ਼ਨ ਕਿਸ ਤਰ੍ਹਾਂ ਚੱਲ ਰਿਹਾ, ਰਿਟਨ ਵਿੱਚ ਚੱਲ ਰਿਹਾ ਹੈਗਾ ਆ। ਤੇ ਉਸ ਨੂੰ ਉਹ ਕਾਗਜ਼ ਨੂੰ ਕਿਸ ਤਰ੍ਹਾਂ ਲੈ ਕੇ ਜਾ ਰਿਹਾ, ਜਦ ਕੋਈ ਵਿਅਕਤੀ ਲੈ ਕੇ ਜਾ ਰਿਹਾ ਜਾਂ ਸਾਡਾ ਜਿਹੜਾ ਡਾਕ ਵਿਭਾਗ ਹੈਗਾ ਸੀ ਉਹ ਉਹਨਾਂ ਨੂੰ ਲੈ ਕੇ ਜਾਂਦਾ ਹੈਗਾ ਸੀ। ਮਗਰ ਹੁਣ ਤੁਹਾਨੂੰ ਵੇਖ ਕੇ ਹੈਰਾਨੀ ਹੋ ਰਹੀ ਨਾ ਕਿ ਹੁਣ ਤੇ ਕਿੰਨੇ ਆਫਿਸ ਚੇਂਜ ਹੋ ਗਏ ਨੇ, ਹੁਣ ਤੇ ਪੂਰੀ ਦੀ ਪੂਰੀ ਆਫਿਸ ਦੀ ਜਿਹੜੀ ਰੂਪਰੇਖਾ ਹੈਗੀ ਆ ਉਹ ਬਦਲ ਚੁੱਕੀ ਹੈਗੀ ਆ। ਉਸ ਬਦਲੇ ਹੋਏ ਰੂਪ ਨੂੰ ਹੀ ਸਮਝਣਾ ਸਾਡੇ ਵਾਸਤੇ ਬਹੁਤ ਜ਼ਰੂਰੀ ਹੈਗਾ ਆ, ਤਾਂ ਕਿ ਆਪਾਂ ਜਦੋਂ ਹੁਣ ਉਹਨਾਂ ਆਧੁਨਿਕ ਦਫ਼ਤਰਾਂ ਵਿੱਚ ਜਾਣਾ ਹੈਗਾ ਆ, ਸਾਨੂੰ ਪਤਾ ਹੋਵੇ ਕਿ ਕਿੰਨੇ ਉਹਦੇ ਵਿੱਚ ਚੇਂਜ ਆ ਚੁੱਕੇ ਹੈਗੇ ਨੇ, ਕੀ ਉਹਦੇ ਵਿੱਚ ਬਦਲ ਚੁੱਕਿਆ। ਹੁਣ ਆਪਾਂ ਆਉਣੇ ਹੈਗੇ ਮਾਡਰਨ ਆਫਿਸ ਵਿੱਚ। ਖੁਦ ਸੋਚੋ ਮਾਡਰਨ ਆਫਿਸ ਵਿੱਚ ਕੀ ਹੁੰਦਾ ਹੋਊਗਾ। ਇਹ ਸਾਰੀਆਂ ਚੀਜ਼ਾਂ, ਪੈਨ ਹਜੇ ਵੀ ਆਪਾਂ ਯੂਜ਼ ਕਰਾਂਗੇ, ਪੈਨ ਆਪਾਂ ਹਜੇ ਵੀ ਯੂਜ਼ ਕਰਾਂਗੇ, ਮਗਰ ਬਹੁਤ ਸਾਰੀਆਂ ਚੀਜ਼ਾਂ ਬਦਲ ਚੁੱਕੀਆਂ ਨੇ। ਤੇ ਸਭ ਤੋਂ ਵੱਡਾ ਬਦਲਾਵ ਕੀ ਹੋਇਆ ਹੈਗਾ ਆ, ਸਭ ਤੋਂ ਵੱਡਾ ਬਦਲਾਵ ਹੈਗਾ ਟੈਕਨੋਲੋਜੀ ਦਾ। ਐਡਵਾਂਸ ਟੈਕਨੋਲੋਜੀ ਆ ਚੁੱਕੀ ਆ, ਆਟੋਮੇਸ਼ਨ ਹੋ ਚੁੱਕਿਆ ਹੈ, ਐਫੀਸ਼ੀਐਂਟ ਵਰਕ ਪ੍ਰੋਸੈਸ ਹੋ ਚੁੱਕੇ ਨੇ। ਜਿਹੜਾ ਕੰਮ ਮਹੀਨਿਆਂ 'ਚ ਹੁੰਦਾ ਸੀ ਹੁਣ ਉਹ ਦਿਨਾਂ 'ਚ ਹੋਣ ਡਿਆ ਪਿਆ ਹੈਗਾ ਆ। ਕਿਉਂ? ਆਟੋਮੈਟਿਕ ਵੀ ਨਾ ਹੋਣ ਡਿਆ ਗਿਆ। ਇਹਦੇ ਵਿੱਚ ਆਪਾਂ ਆਟੋਮੈਟਿਕ ਟੈਲ ਮਸ਼ੀਨ ਦਾ ਐਗਜ਼ਾਮਪਲ ਦਿੰਦੇ ਆ ਨਾ, ਏਟੀਐਮ ਦਾ। ਕਮਰਸ ਦੇ ਸਾਰੇ ਵਿਦਿਆਰਥੀਆਂ ਨੂੰ ਇਸ ਚੀਜ਼ ਦੀ ਸਮਝ ਹੁੰਦੀ ਆ ਕਿ ਜਿਹੜਾ ਏਟੀਐਮ ਪਹਿਲਾਂ ਅਸੀਂ ਅੱਜ ਤੋਂ 10 20 30 ਸਾਲ ਪਹਿਲਾਂ ਸੋਚੀਏ ਕਿ ਉਦੋਂ ਪੈਸੇ ਕਿਸ ਤਰ੍ਹਾਂ ਮਿਲਦੇ ਸੀ। ਮੈਨੂਅਲੀ ਬੈਂਕ 'ਚ ਅਸੀਂ ਜਾਂਦੇ ਸੀ, ਉਹਦੇ 'ਚ ਵਿਅਕਤੀ ਸਾਨੂੰ, ਟੈਲਰ ਜਿਹੜਾ ਹੁੰਦਾ ਸੀ, ਕੈਸ਼ੀਅਰ ਜਿਹੜਾ ਹੁੰਦਾ ਸੀ, ਉਹ ਸਾਨੂੰ ਪੈਸੇ ਦੇ ਰਿਹਾ ਹੁੰਦਾ ਸੀ, ਉਹ ਗਿਣਦਾ ਸੀ, ਉਹਦਾ ਟਾਈਮ ਹੁੰਦਾ ਸੀ, ਉਸ ਪਾਰਟਿਕੂਲਰ ਟਾਈਮ ਵਿੱਚ ਹੀ ਉੱਥੇ ਅਵੇਲੇਬਲ ਹੁੰਦਾ ਸੀ ਤੇ ਉਦੋਂ ਸਾਨੂੰ ਪੈਸੇ ਗਿਣ ਕੇ ਦੇ ਰਿਹਾ ਹੁੰਦਾ ਸੀ। ਮਗਰ ਹੁਣ ਆ ਚੀਜ਼ ਕਿਸ ਤਰ੍ਹਾਂ ਹੋ ਰਹੀ ਹੈ, ਏਟੀਐਮ ਦੁਆਰਾ ਹੋ ਰਹੀ ਆ। ਆਟੋਮੇਸ਼ਨ ਹੋ ਗਿਆ ਨਾ, ਜਿਹੜਾ ਚੀਜ਼ ਮੈਨੂਅਲ ਸੀ ਪਹਿਲਾਂ ਉਹ ਆਟੋਮੈਟਿਕ ਹੋ ਗਈ ਆ। ਪਹਿਲਾਂ ਉੱਥੇ ਕਾਗਜ਼ ਹੁੰਦੇ ਸੀ, ਫਾਈਲਸ ਹੁੰਦੀਆਂ ਸੀ, ਉਹ ਸਾਰੀਆਂ ਚੀਜ਼ਾਂ ਹੁਣ ਕਿੱਥੇ ਆ ਗਈਆਂ ਨੇ, ਕੰਪਿਊਟਰ 'ਚ ਆ ਗਈਆਂ। ਯਾਨੀ ਟੈਕਨੋਲੋਜੀ ਕੀ ਹੋ ਗਈ ਆ, ਐਡਵਾਂਸ ਹੋ ਗਈ ਹੈ, ਬਹੁਤ ਸਾਰੀ ਐਡਵਾਂਸ ਟੈਕਨੋਲੋਜੀ ਹੋ ਗਈ ਹੈ। ਜਿਹੜੀ ਚੀਜ਼ ਮੈਂ ਇੱਥੇ ਕੰਪਿਊਟਰ ਤੇ ਟਾਈਪ ਕਰ ਰਿਹਾ ਹੈਗਾ ਬੈਂਕ 'ਚ ਬੈਠ ਕੇ, ਉਹ ਅਪਡੇਟ ਕਿੱਥੇ ਹੋ ਰਹੀ ਹੈ, ਸਾਰੀ ਬ੍ਰਾਂਚਸ ਵਿੱਚ ਅਪਡੇਟ ਹੋ ਰਹੀ ਹੈ। ਉਹਨਾਂ ਦਾ ਇੱਕ ਕਾਮਨ ਡੇਟਾਬੇਸ ਹੈਗਾ, ਸਾਰੀ ਜਗ੍ਹਾ ਅਪਡੇਟ ਹੋ ਰਿਹਾ ਹੈਗਾ। ਤੁਹਾਡਾ ਤੁਸੀਂ ਅਗਰ ਮੋਬਾਈਲ 'ਚ ਆਪਣਾ ਅਕਾਊਂਟ ਖੋਲ ਕੇ ਵੇਖੋਗੇ ਉਹਦੇ 'ਚ ਵੀ ਅਪਡੇਟ ਹੋ ਰਿਹਾ। ਮੰਨ ਲਓ ਮੈਂ ਪੈਸੇ ਜਮ੍ਹਾਂ ਕਰਾਏ ਤੇ ਮੈਂ ਤੇ ਪੈਸੇ ਬੈਂਕ ਜਮ੍ਹਾਂ ਕਰਾਏ, ਮਗਰ ਮੈਂ ਉਸੇ ਟਾਈਮ ਉੱਥੇ ਜਾ ਕੇ ਵੇਖਾਂ ਆਪਣੇ ਮੋਬਾਈਲ ਐਪ ਵਿੱਚ ਤੇ ਉਹਦੇ 'ਚ ਅਪਡੇਸ਼ਨ ਆਈ ਹੋਏਗੀ। ਪਰ ਕਿਸ ਤਰ੍ਹਾਂ ਹੋਇਆ? ਇਹ ਹੋਇਆ ਕੰਪਿਊਟਰ, ਇੰਟਰਨੈਟ, ਹੋਰ ਡਿਜੀਟਲ ਟੂਲਸ ਜਿਹੜੇ ਆਏ ਉਹਨਾਂ ਦੀ ਮਦਦ ਨਾਲ। ਤੇ ਇਹ ਇੱਕ ਮੇਨ ਚੀਜ਼ ਹੈਗੀ ਆ ਕਿ ਮਾਡਰਨ ਆਫਿਸ ਦੀ ਡੈਫੀਨੇਸ਼ਨ ਕਿੱਥੋਂ ਹੱਲ ਹੁੰਦੀ ਹੈਗੀ ਆ, ਜਿਹਦੇ ਵਿੱਚ ਐਡਵਾਂਸ ਟੈਕਨੋਲੋਜੀ ਹੋਏਗੀ, ਆਟੋਮੇਸ਼ਨ ਹੋਏਗਾ, ਐਫੀਸ਼ੀਐਂਟ ਵਰਕ ਹੋਏਗਾ, ਕੰਪਿਊਟਰ ਹੋਏਗਾ, ਇੰਟਰਨੈਟ ਹੋਏਗਾ, ਹੋਰ ਡਿਜੀਟਲ ਟੂਲ ਹੋਣਗੇ। ਇਹ ਸਾਰੇ ਜਦੋਂ ਮਿਲਣਗੇ ਤੇ ਇਹ ਮਿਲ ਕੇ ਸਾਨੂੰ ਮਾਡਰਨ ਆਫਿਸ ਦਾ ਰੂਪ ਦਿੰਦੇ ਹੈਗੇ। ਤੇ ਸਾਡੇ ਹੁਣ ਆਉਣ ਵਾਲੇ ਵਿਦਿਆਰਥੀਆਂ ਵਾਸਤੇ ਬੜਾ ਇੰਪੋਰਟੈਂਟ ਹੈਗਾ ਕਿ ਤੁਸੀਂ ਇਸ ਆਫਿਸ ਨੂੰ ਸਮਝ ਕੇ ਚੱਲੋ, ਕਿਉਂਕਿ ਤੁਸੀਂ ਇਸ ਆਫਿਸ ਵਿੱਚ ਹੀ ਜਾਣਾ ਹੈਗਾ ਆ, ਇਹਨੂੰ ਹੀ ਤੁਸੀਂ ਸਮਝਣਾ ਹੈਗਾ ਆ। ਇਹਦੀ ਤੁਹਾਨੂੰ ਪ੍ਰੈਕਟਿਸਿਸ ਪਤਾ ਹੋਣੀ ਚਾਹੀਦੀ ਹੈ ਕਿ ਉੱਥੇ ਜਾ ਕੇ ਅਸੀਂ ਕੀ ਕਰਨਾ ਹੈਗਾ, ਕਿਸ ਤਰ੍ਹਾਂ ਦਾ ਉੱਥੇ ਰੂਪ ਸਾਨੂੰ ਮਿਲੇਗਾ, ਕਿਸ ਤਰ੍ਹਾਂ ਦਾ ਸਰੋਕਾਰ ਸਾਡੇ ਨਾਲ ਸਥਾਪਿਤ ਹੋਣਗੇ। ਹੁਣ ਇੱਕ ਇਹਦੇ ਵਿੱਚ ਬਾਰ-ਬਾਰ ਐਗਜ਼ਾਮਪਲ ਆਏਗਾ ਸਵੈ ਚਲਿਤ ਦਫ਼ਤਰ ਹੋਣਾ, ਆਟੋਮੇਟਿਡ ਐਗਜ਼ਾਮਪਲ ਲਿਆ ਨਾ ਆਪਾਂ ਏਟੀਐਮ ਦਾ, ਕਿ ਪਹਿਲਾਂ ਇੱਕ ਵਿਅਕਤੀ ਮੈਨੂਅਲੀ ਪੈਸੇ ਗਿਣ ਕੇ ਦੇ ਰਿਹਾ ਹੁੰਦਾ ਸੀ, ਪਾਰਟਿਕੂਲਰ ਟਾਈਮ ਤੇ ਦੇ ਰਿਹਾ ਹੁੰਦਾ ਸੀ, ਇੱਕ ਵਿਅਕਤੀ ਇੱਕ ਬੰਦੇ ਨੂੰ ਡੀਲ ਕਰ ਰਿਹਾ ਹੁੰਦਾ ਸੀ। ਹੁਣ ਆ ਸਾਡੇ ਕੋਲ ਏਟੀਐਮ ਆ ਗਏ ਨੇ, ਉਹ 24 ਆਵਰ ਚੱਲ ਰਹੇ ਨੇ, 7 ਦਿਨ ਚੱਲ ਰਹੇ ਹੈਗੇ ਨੇ। ਤੇ ਹੁਣ ਟੈਕਨੋਲੋਜੀ ਨੂੰ ਯੂਟਿਲਾਈਜ਼ ਕਰਦੇ ਹੋਏ ਆਪਾਂ ਉਹਨੂੰ ਆਟੋਮੇਟ ਕਰ ਦਿੱਤਾ ਹੈਗਾ। ਉਹ ਆਫਿਸ ਜਿਹੜੇ ਹੈਗੇ ਨੇ ਆਪਣੇ ਕੰਮ ਆਪੇ ਕਰੇ ਜਾ ਰਹੇ ਹੈਗੇ ਨੇ। ਇੱਕ ਫਾਈਲ ਜਦੋਂ ਇੱਕ ਕੰਪਿਊਟਰ ਤੇ ਅਪਡੇਟ ਹੁੰਦੀ ਹੈ, ਉਹ ਸਾਰਿਆਂ ਤੇ ਅਪਡੇਟ ਹੋ ਜਾਂਦੀ ਆ, ਸਾਰੇ ਇੰਪਲੋਇਜ਼ ਨੂੰ ਉਹਦਾ ਡੇਟਾ ਮਿਲ ਜਾਂਦਾ ਹੈਗਾ ਆ। ਤੇ ਇਹ ਸਾਰੀਆਂ ਚੀਜ਼ਾਂ ਆਟੋਮੇਟ ਵਿੱਚ ਆਉਂਦੀਆਂ ਹੈਗੀਆਂ ਨੇ ਕਿ ਉਹਦੇ ਵਿੱਚ ਜਿਹੜਾ ਹੈਗਾ ਟੈਕਨੋਲੋਜੀ ਦੀ ਵਰਤੋਂ ਹੋਏਗੀ। ਸੰਚਾਰ ਹੁਣ ਬਹੁਤ ਵੱਧ ਗਿਆ ਹੈਗਾ ਆ ਤੇ ਹਰ ਚੀਜ਼ ਡਿਜੀਟਲ ਡਿਵਾਈਸਿਸ ਤੋਂ ਹੋ ਰਿਹਾ ਹੈਗਾ ਆ। ਡਾਕੂਮੈਂਟ ਮੈਨੇਜਮੈਂਟ ਹੋ ਗਿਆ, ਕਮਿਊਨੀਕੇਸ਼ਨ ਹੋ ਗਿਆ, ਵਰਕ ਫਲੋ ਪ੍ਰੋਸੈਸ ਹੋ ਗਏ, ਆ ਸਾਰੇ ਹੁਣ ਕੀ ਆਪਾਂ ਕਰ ਰਹੇ ਹਾਂ, ਆਟੋਮੇਟ ਕਰ ਰਹੇ ਹਾਂ। ਪਰ ਕਰ ਕਿਸ ਤਰ੍ਹਾਂ ਰਹੇ ਹਾਂ? ਬਾਈ ਯੂਜ਼ ਆਫ ਕੰਪਿਊਟਰ, ਸੌਫਟਵੇਅਰ ਤੇ ਅਦਰ ਡਿਜੀਟਲ ਡਿਵਾਈਸਿਸ। ਆਪਾਂ FEB ਚ ਹੋਰ ਡਿਟੇਲਸ ਪੜਾਂਗੇ ਅਗਲੇ ਸਾਲ ਕਿ ਕਿਸ ਤਰ੍ਹਾਂ ਕੰਪਿਊਟਰ, ਸੌਫਟਵੇਅਰ ਤੇ ਡਿਜੀਟਲ ਡਿਵਾਈਸਿਸ ਜਿਹੜੀਆਂ ਹੈਗੀਆਂ ਨੇ ਇਹਨੂੰ ਆਟੋਮੇਟ ਕਰਨ ਵਿੱਚ ਮਦਦ ਕਰਦੀਆਂ ਹੈਗੀਆਂ ਨੇ।
ਤੇ ਇਹ ਸਾਡੇ ਮਾਡਰਨ ਆਫਿਸ ਦਾ ਰੂਪ ਬਣਦਾ ਹੈਗਾ ਆ, ਜਿਹਦੇ ਵਿੱਚ ਹਰ ਚੀਜ਼ ਜਿਹੜੀ ਹੈਗੀ ਆਟੋਮੇਟ ਹੋ ਰਹੀ ਹੈਗੀ ਆ, ਨਵੇਂ ਸਤਰ ਤੇ ਆ ਰਹੀ ਹੈਗੀ ਆ, ਤੇ ਉਹਨੂੰ ਆਪਾਂ ਸਮਝਣ ਵਾਸਤੇ ਇਹਨੂੰ ਸਮਝ ਰਹੇ ਹੈਗੇ ਆ ਕਿ ਉਹ ਕਿਸ ਤਰ੍ਹਾਂ ਆਟੋਮੇਟ ਹੁੰਦਾ ਆ, ਤੇ ਇਹ ਨਵੇਂ ਆਫਿਸ ਦਾ ਮਾਡਰਨ ਆਫਿਸ ਦਾ ਰੂਪ ਹੁੰਦਾ। ਹੁਣ ਆਪਾਂ ਸਮਝੀਏ ਕਿ ਸਾਡੇ ਕੋਲ ਆਫਿਸ ਕਿਹੜੇ ਟਾਈਪਸ ਹੁੰਦੇ, ਇਹ 'ਚ ਬਹੁਤ ਸਾਰੇ ਟਾਈਪਸ ਹੋਣਗੇ। अगर MOP ਆਪਾਂ ਪੜ੍ਹਨਾ ਹੈਗਾ ਆ ਤੇ ਸਾਨੂੰ ਕੁਝ ਫੀਚਰਸ ਕਲੀਅਰ ਹੋਣੇ ਚਾਹੀਦੇ ਨੇ, ਸਾਨੂੰ ਉਹਦੀ ਇੱਕ ਡੈਫੀਨੇਸ਼ਨ ਕਲੀਅਰ ਹੋਣੀ ਚਾਹੀਦੀ ਹੈਗੀ ਆ, ਤੇ ਉਸ ਤੋਂ ਬਾਅਦ ਸਾਨੂੰ ਕਲੀਅਰ ਹੋਣਾ ਚਾਹੀਦਾ ਕਿ ਟਾਈਪਸ ਕਿਹੜੇ ਹੈਗੇ ਨੇ ਜਿਹੜੇ ਸਾਡੇ ਆਫਿਸ, ਕਿਉਂਕਿ ਆ ਜਿਹੜਾ ਚੈਪਟਰ ਹੈ ਬੜਾ ਬੇਸਿਕ ਚੈਪਟਰ ਹੈਗਾ, ਇਹਦੇ 'ਚ ਤੁਹਾਨੂੰ ਇੱਕ ਬੇਸਿਕ ਆਈਡੀਆ ਸਾਰੇ ਆਫਿਸ ਦਾ ਆ ਜਾਣਾ ਚਾਹੀਦਾ ਹੈਗਾ, ਤਾਂ ਕਿ ਆਪਾਂ ਜਦੋਂ ਆਉਣ ਵਾਲੀ ਕਲਾਸਾਂ 'ਚ ਉਹਨੂੰ ਡਿਟੇਲ 'ਚ ਪੜਾਂਗੇ ਤੇ ਸਾਨੂੰ ਬਿਲਕੁਲ ਕਲੀਅਰ ਹੋਣਾ ਚਾਹੀਦਾ ਕਿ ਆਪਾਂ ਕੀ ਗੱਲ ਕਰ ਰਹੇ ਹਾਂ। ਹੁਣ ਟਾਈਪਸ ਆਫ ਆਫਿਸ ਵਿੱਚ ਜਦੋਂ ਆਪਾਂ ਆਵਾਂਗੇ ਤੇ ਸਭ ਤੋਂ ਪਹਿਲਾਂ ਆਉਂਦਾ ਹੈਗਾ ਫਰੰਟ ਆਫਿਸ। ਸਭ ਤੋਂ ਪਹਿਲਾਂ ਜਿਹੜਾ ਤੁਹਾਨੂੰ ਰਿਸੈਪਸ਼ਨ ਏਰੀਆ ਦੇ ਰੂਪ 'ਚ ਨਜ਼ਰ ਆਊਗਾ, ਤਾਂ ਫਰੰਟ ਆਫਿਸ ਆਲਸੋ ਨੋਨ ਐਜ਼ ਅ ਰਿਸੈਪਸ਼ਨ ਏਰੀਆ is the first point of contact for visitor and customer in a ਆਫਿਸ ਆਰਗੇਨਾਈਜੇਸ਼ਨ। ਜਿਹੜਾ ਵਿਅਕਤੀ ਸਭ ਤੋਂ ਪਹਿਲਾਂ ਤੁਹਾਡੇ ਆਫਿਸ ਐਂਟਰ ਕਰ ਰਿਹਾ ਹੈਗਾ ਆ, ਉਹ ਸਭ ਤੋਂ ਪਹਿਲਾਂ ਜਿਸ ਏਰੀਆ 'ਚ ਆ ਰਿਹਾ ਉਹਨੂੰ ਰਿਸੈਪਸ਼ਨ ਏਰੀਆ ਵੀ ਕਹਿੰਦੇ ਆ ਨਾ, ਤੇ ਉਹਨੂੰ ਟੈਕਨੀਕਲ ਭਾਸ਼ਾ 'ਚ ਆਪਾਂ ਕੀ ਕਹਿ ਦਿੰਦੇ ਆ, ਫਰੰਟ ਆਫਿਸ ਕਹਿ ਦਿੰਦੇ ਹੈਗੇ ਆ। ਹੁਣ ਜਿਹੜਾ ਪਹਿਲਾ ਵਿਅਕਤੀ ਆ ਰਿਹਾ ਉਹਦੀ ਮਨੋ ਚਾਹਤ ਕੀ ਹੁੰਦੀ ਆ ਕਿ ਮੈਨੂੰ ਪਤਾ ਲੱਗ ਜਾਏ ਕਿ ਮੈਂ ਕਿੱਥੇ ਜਾਣਾ ਹੈਗਾ। ਉਹ ਸਟਾਰ ਤੇ ਆ ਕੇ ਤੁਹਾਨੂੰ ਪੁੱਛ ਸਕਦਾ ਕਿ ਕੀ ਮੈਂ ਸਹੀ ਆਫਿਸ 'ਚ ਆ ਗਿਆ ਆ, ਮੈਨੂੰ ਇਹ ਕੰਮ ਹੈਗਾ ਆ, ਮੈਂ ਕਿਹਨੂੰ ਇਹਦੇ ਵਾਸਤੇ ਮਿਲਾਂ, ਤੇ ਤੁਸੀਂ ਉਹਦੀ ਮਦਦ ਕਰਨੀ ਹੈਗੀ ਆ। ਤਾਂ ਕਰਕੇ ਉੱਥੇ ਰਿਸੈਪਸ਼ਨ ਏਰੀਆ ਇੱਕ ਬਣਿਆ ਹੁੰਦਾ ਆ। ਹੁਣ ਤੇ ਸਕੂਲਸ ਵਿੱਚ ਵੀ ਤੁਸੀਂ ਵੇਖੋਗੇ ਨਾ ਰਿਸੈਪਸ਼ਨ ਏਰੀਆ ਆਫਿਸ ਦੇ ਬਾਹਰ ਬਣਾਇਆ ਹੋਇਆ ਹੈ। ਉਹਦਾ ਭਾਵ ਕੀ ਹੁੰਦਾ ਕਿ ਜਿਹੜਾ ਵਿਅਕਤੀ ਵੀ ਸਕੂਲ 'ਚ ਆ ਰਿਹਾ ਹੈਗਾ ਆ, ਉਹਨੂੰ ਇੱਕ ਰਿਸੈਪਸ਼ਨ ਏਰੀਆ ਮਿਲੇ ਤੇ ਉਹਨੂੰ ਪਤਾ ਲੱਗ ਜਾਏ ਕਿ ਮੈਂ ਕਿੱਥੇ ਜਾਣਾ ਹੈਗਾ ਆ, ਕਿਹੜੇ ਟੀਚਰ ਨੂੰ ਮਿਲਣਾ ਹੈਗਾ। ਤੇ ਇਹ ਆਫਿਸ ਦਾ ਇੱਕ ਬੇਸਿਕ ਪਾਰਟ ਹੁੰਦਾ ਆ ਕਿ ਹਰ ਆਫਿਸ ਵਿੱਚ ਤੁਸੀਂ ਵੇਖੋਗੇ ਇੱਕ ਰਿਸੈਪਸ਼ਨ ਏਰੀਆ ਤੁਹਾਨੂੰ ਉੱਥੇ ਅਵੇਲੇਬਲ ਹੋਏਗਾ। ਉਸ ਤੋਂ ਬਾਅਦ ਹੈਗਾ ਮਿਡਲ ਆਫਿਸ। ਮਿਡਲ ਆਫਿਸ ਕੀ ਹੁੰਦਾ ਆ, ਜਿੱਥੇ ਕੁਝ ਉਹਨਾਂ ਦੇ ਕੰਮ ਚੱਲਦੇ ਹੈਗੇ ਨੇ, ਜਿੱਥੇ ਆਪਰੇਸ਼ਨਸ ਚੱਲ ਰਹੇ ਉਸ ਆਰਗੇਨਾਈਜੇਸ਼ਨ ਦੇ, ਜਿਹਦੇ 'ਚ ਰਿਸਕ ਮੈਨੇਜਮੈਂਟ, ਕੰਪਲਾਇੰਸ, ਟੈਕਨੋਲੋਜੀ ਇਹ ਸਾਰੀ ਦੀ ਉਹ ਵਰਤੋਂ ਕਰ ਰਹੇ ਹੋਣਗੇ, ਤੇ ਇਹ ਸਾਡਾ ਕਹਿਲਾਉਂਦਾ ਹੈਗਾ ਮਿਡਲ ਆਫਿਸ। ਇਹ ਫਰੰਟ ਤੋਂ ਬਾਅਦ ਹੋਏਗਾ, ਕਿਉਂਕਿ ਜਿੰਨੇ ਫਰੰਟ ਤੇ ਆਉਣਾ ਹੈ ਉਹਨਾਂ ਨੇ ਟੈਕਨੀਕਲ ਇਹਨਾਂ ਚੀਜ਼ਾਂ ਨੂੰ ਨਹੀਂ ਮਿਲਣਾ ਹੈਗਾ, ਉਹਨਾਂ ਨੇ ਸਿਰਫ ਪੁੱਛਣਾ ਹੈਗਾ ਆ, ਤੇ ਬਾਅਦ ਵਿੱਚ ਜਿੱਥੇ ਵੀ ਉਹਨੇ ਪਾਰਟਿਕੂਲਰਲੀ ਜਾਣਾ ਹੈਗਾ ਉਹ ਫਿਰ ਉਹ ਮਿਡਲ ਆਫਿਸ ਤੱਕ ਚੱਲ ਜਾਏਗਾ। ਫਿਰ ਹਰ ਆਫਿਸ 'ਚ ਨਾ ਹੁਣ ਇਲੈਕਟ੍ਰੋਨਿਕ ਆਫਿਸ ਵੀ ਆ ਗਿਆ, ਕਿਉਂਕਿ ਆਪਾਂ ਮਾਡਰਨ ਆਫਿਸ ਪੜ੍ਹ ਰਹੇ ਹਾਂ ਨਾ, ਪੁਰਾਣੇ ਆਫਿਸ ਤੇ ਪੜ੍ਹ ਨਹੀਂ ਰਹੇ ਹੈਗੇ, ਟ੍ਰੈਡੀਸ਼ਨਲ ਵਾਲੇ ਤਾਂ ਆਪਾਂ ਸਿਰਫ ਸਮਝ ਲਏ ਹੈਗੇ ਨੇ। ਮਗਰ ਮਾਡਰਨ ਆਫਿਸ ਵਿੱਚ ਸਾਡੇ ਵਾਸਤੇ ਇੱਕ ਬਹੁਤ ਖਾਸ ਚੀਜ਼ ਹੁੰਦੀ ਹੈਗੀ ਆ, ਉਹ ਕੀ ਹੈਗੀ ਆ ਕਿ ਅਸੀਂ ਵੇਖ ਰਹੇ ਹੈਗੇ ਆ ਕਿ ਇਲੈਕਟ੍ਰੋਨਿਕ ਆਫਿਸ ਹੋਏਗਾ, ਉਹਨੂੰ ਆਪਾਂ ਆਫਿਸ ਵੀ ਕਹਿੰਦੇ ਹੈਗੇ ਆ। ਉੱਥੇ ਬਹੁਤ ਸਾਰੀ ਟੈਕਨੋਲੋਜੀ ਤੇ ਡਿਜੀਟਲ ਟੂਲਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੋਗਾ, ਤਾਂ ਕਿ ਸਟ੍ਰੀਮਲਾਈਨ ਕੀਤਾ ਜਾ ਸਕੇ ਆਫਿਸ ਆਪਰੇਸ਼ਨ ਨੂੰ, ਹਰ ਕੰਮ ਨੂੰ ਆਪਾਂ ਇਲੈਕਟ੍ਰੋਨਿਕਲੀ ਕਰ ਸਕੀਏ। ਮੰਨ ਲਓ ਕੋਈ ਵਿਅਕਤੀ ਹੈਗਾ ਜਿਹਦੀ ਦੁਕਾਨ ਹੈਗੀ, ਸਮਝ ਲਓ ਕੋਈ ਇੱਕ ਸਮਾਨ ਫਿਜ਼ੀਕਲ ਪਿਆ, ਮਗਰ ਉਹਨੂੰ ਫਿਜ਼ੀਕਲ ਸਮਾਨ ਵੇਚਣ ਵਾਸਤੇ ਉਹਨੇ ਆਪਣਾ ਇੱਕ ਇਲੈਕਟ੍ਰੋਨਿਕ ਆਫਿਸ ਵੀ ਬਣਾਇਆ ਹੁੰਦਾ, ਜਿੱਥੇ ਉਹਦੀ ਵੈਬਸਾਈਟ ਹੋਏਗੀ, ਸਾਰਾ ਡੇਟਾਬੇਸ ਹੋਏਗਾ, ਤੇ ਉਹ ਆਨਲਾਈਨ ਉਹਨਾਂ ਸਮਾਨ ਨੂੰ ਵੇਚ ਰਿਹਾ ਹੋਏਗਾ। ਹਰ ਇੱਕ ਹੋਟਲਸ ਵਾਲਿਆਂ ਨੇ ਵੀ, ਹਰ ਇੱਕ ਤੁਸੀਂ ਵੇਖਿਆ ਹੋਊਗਾ ਰੈਸਟੋਰੈਂਟ ਵਾਲਿਆਂ ਨੇ ਵੀ ਇਸ ਤਰ੍ਹਾਂ ਕੀਤਾ ਹੋਇਆ ਨਾ, ਉੱਥੋਂ ਆਪਣਾ ਜਿਹੜਾ ਖਾਣਾ ਵੇਚਦੇ ਨੇ ਜਾਂ ਰੂਮ ਸਰਵਿਸ ਦਿੰਦੇ ਹੈਗੇ ਨੇ, ਉਹ ਸਾਰਾ ਹੁਣ ਇਲੈਕਟ੍ਰੋਨਿਕ ਪੋਸੀਬਲ ਹੋ ਗਿਆ। ਅੱਛਾ, ਵਰਚੁਅਲ ਆਫਿਸ, ਇਹਦਾ ਵੀ ਬੜਾ ਮਹੱਤਵ ਆਉਣ ਵਾਲੇ ਟਾਈਮ 'ਚ ਆਏਗਾ ਕਿ ਜਿਹੜੇ ਆਫਿਸ ਨੇ ਜ਼ਰੂਰੀ ਨਹੀਂ ਹੈ ਕਿ ਕਿਤੇ ਇਸਟੈਬਲਿਸ਼ ਹੀ ਤੁਹਾਨੂੰ ਨਜ਼ਰ ਆਉਣ, ਹੁਣ ਉਹ ਕਿਤੇ ਨਾ ਕਿਤੇ ਵਰਚੁਅਲੀ ਵੀ ਹੋ ਸਕਦੇ ਹੈਗੇ ਨੇ। ਬਹੁਤ ਸਾਰੇ ਲੋਕ ਵਰਚੁਅਲੀ ਉਹਨਾਂ ਆਫਿਸ ਦੇ ਨਾਲ ਜੁੜੇ ਹੋਣਗੇ, ਤੇ ਜ਼ਰੂਰੀ ਨਹੀਂ ਹੈਗਾ ਕਿ ਉਹਨਾਂ ਨੇ ਫਿਜ਼ੀਕਲੀ ਉੱਥੇ ਪਹੁੰਚਣਾ ਹੋਊਗਾ। ਤੇ ਇਸ ਤਰ੍ਹਾਂ ਦੇ ਆਫਿਸ ਵੀ ਤੁਹਾਨੂੰ ਨਜ਼ਰ ਆਉਣਗੇ, ਜਿਹੜੇ ਕਿ ਆਪਾਂ ਮੰਨ ਕੇ ਚੱਲਾਂਗੇ ਕਿ ਵਰਚੁਅਲ ਹੋਣਗੇ। ਇਹਨਾਂ ਦਾ ਭੌਤਿਕ ਰੂਪ ਤੇ ਕੋਈ ਲੋੜ ਨਹੀਂ ਹੋਏਗੀ, ਤੇ ਸਾਡੇ ਕੋਲ ਉਹਨਾਂ ਦਾ ਫੋਨ ਨੰਬਰ ਹੋ ਸਕਦਾ ਹੈਗਾ, ਈਮੇਲ ਹੋ ਸਕਦੀ ਹੈਗੀ ਆ, ਉੱਥੋਂ ਹੀ ਆਪਾਂ ਉਹਨਾਂ ਨਾਲ ਕੰਟੈਕਟ ਕਰ ਲੈਣਾ ਹੈਗਾ। ਮੰਨ ਲਓ ਤੁਹਾਨੂੰ ਕੋਈ ਵੀ ਇੱਕ ਇਸ਼ੂ ਆਉਂਦਾ ਹੈ ਕਸਟਮਰ ਸਰਵਿਸ ਦਾ, ਤਾਂ ਤੁਸੀਂ ਕੀ ਕਰਦੇ ਜੇ, ਕਿ ਆਫਿਸ ਜਾਂਦੇ ਜੇ? ਨਹੀਂ, ਤੁਸੀਂ ਉਹਨਾਂ ਦੇ ਵਰਚੁਅਲ ਆਫਿਸ ਤੱਕ ਐਕਸੈਸ ਕਰ ਲੈਂਦੇ ਜੇ ਨਾ, ਫੋਨ ਦੁਆਰਾ, ਈਮੇਲ ਦੁਆਰਾ। ਤੇ ਹੁਣ ਤੇ AI ਵੀ ਆ ਗਿਆ ਹੈਗਾ ਜਿਹੜਾ ਤੁਹਾਡੀ ਮਦਦ ਕਰੇਗਾ ਕਸਟਮਰ ਸਰਵਿਸ ਵਾਸਤੇ। ਫਿਰ ਬੈਕ ਆਫਿਸ ਹੁੰਦਾ, ਹਰ ਇੱਕ ਆਫਿਸ ਦਾ ਇੱਕ ਕੁਝ ਐਡਮਿਨਿਸਟ੍ਰੇਟਿਵ ਤੇ ਸਪੋਰਟ ਫੰਕਸ਼ਨ ਹੁੰਦਾ ਹੈਗਾ ਆ, ਜਿਹੜਾ ਉਸ ਸਾਰੀ ਚੀਜ਼ ਨੂੰ ਚਲਾ ਰਿਹਾ ਹੁੰਦਾ। ਉਹਦਾ ਕੋਈ ਡਾਇਰੈਕਟ ਇੰਟਰੈਕਸ਼ਨ ਕਸਟਮਰ ਦੇ ਨਾਲ ਨਹੀਂ ਹੁੰਦਾ, ਉਹ ਬਿਲਕੁਲ ਤਾਂ ਹੀ ਉਹਨੂੰ ਆਪਾਂ ਬੈਕ ਐਂਡ ਦਾ ਬੈਕ ਆਫਿਸ ਕਹਿ ਰਹੇ ਹਾਂ ਨਾ, ਕਿਉਂਕਿ ਉਹ ਡਾਇਰੈਕਟਲੀ ਦੇਖੋ ਰਿਸੈਪਸ਼ਨ ਏਰੀਆ ਜਿਹੜਾ ਆਪਾਂ ਸਮਝਿਆ ਹੈਗਾ ਸੀ, ਉਹ ਡੀਲ ਕਰ ਰਿਹਾ ਸੀ ਡਾਇਰੈਕਟਲੀ ਕਸਟਮਰ ਨਾਲ, ਡਾਇਰੈਕਟਲੀ ਆਉਣ ਵਾਲੇ ਵਿਅਕਤੀ ਨਾਲ, ਵਿਜ਼ਟਰ ਨਾਲ, ਕਲਾਇੰਟ ਨਾਲ। ਮਗਰ ਜਿਹੜਾ ਬੈਕ ਆਫਿਸ ਹੈਗਾ ਆ, ਉਹ ਅਸਲ 'ਚ ਸਿਰਫ ਤੇ ਸਿਰਫ ਆਫਿਸ ਵਾਲਿਆਂ ਨਾਲ ਕੰਡਕਟ ਕਰ ਰਿਹਾ, ਉਹ ਸਾਰੀ ਇੰਸਟਰਕਸ਼ਨ ਉਹਨਾਂ ਨੂੰ ਦੇ ਰਿਹਾ ਹੈਗਾ ਆ ਕਿ ਕਿਹੜਾ ਕੰਮ ਕਿਸ ਤਰ੍ਹਾਂ ਤੇ ਕਦੋਂ ਕਰਨਾ ਚਾਹੀਦਾ ਹੈਗਾ ਆ। ਇਸ ਕਰਕੇ ਇਸ ਪ੍ਰਕਾਰ ਦੇ ਆਫਿਸ ਆਪਾਂ ਹੁਣ ਕਿੰਨੇ ਸਮਝਣ ਦੀ ਕੋਸ਼ਿਸ਼ ਕੀਤੇ, ਇਹ ਸਾਰੇ ਆਫਿਸ ਹੈਗੇ ਸੀ, ਇਹ ਟਾਈਪਸ ਆਫ ਆਫਿਸ ਸੀ, ਆਪਾਂ ਸਮਝਣ ਦੀ ਕੋਸ਼ਿਸ਼ ਕੀਤੇ ਹੈਗੇ ਨੇ। ਅਗਰ ਆਹ ਕਨਸੈਪਟ ਸਾਨੂੰ ਸਮਝ ਆ ਗਿਆ ਤੇ ਇੱਕ ਬੇਸਿਕ ਢਾਂਚਾ ਸਾਨੂੰ ਸਮਝ ਆ ਜਾਂਦਾ। ਹੁਣ ਆਪਾਂ ਇੰਪੋਰਟੈਂਸ ਆਫ ਆਫਿਸ ਆਉਣ ਵਾਲੇ ਟੌਪਿਕਸ ਵਿੱਚ, ਚੈਪਟਰਸ ਵਿੱਚ ਇਹਨੂੰ ਆਪਾਂ ਹੋਰ ਡਿਟੇਲ 'ਚ ਪੜਾਂਗੇ।
ਮਗਰ ਇਹਨੂੰ ਆਪਾਂ ਇੱਕ ਫਿਰ ਆਈਡੀਆ ਉਹਨਾਂ ਚ ਲੈ ਲਈਏ ਕਿ ਆਫਿਸ ਜਿਹੜਾ ਕੀ ਹੈਗਾ ਆ ਇਸੈਂਸ਼ੀਅਲ ਪਾਰਟ ਹੈਗਾ, ਚਾਹੇ ਉਹ ਛੋਟਾ ਹੋਵੇ ਚਾਹੇ ਵੱਡਾ ਹੋਵੇ, ਮਗਰ ਉਹ ਇੱਕ ਸੈਂਟਰਲ ਹੱਬ ਹੁੰਦਾ ਹੈਗਾ, ਇੱਕ ਕੇਂਦਰੀ ਭਾਗ ਹੁੰਦਾ ਹੈਗਾ ਆ ਜਿੱਥੇ ਸਾਰੀਆਂ ਐਕਟੀਵਿਟੀਜ਼ ਕੰਟਰੋਲ ਹੁੰਦੀਆਂ, ਸਾਰੀਆਂ ਗਤੀਵਿਧੀਆਂ ਕੰਟਰੋਲ ਹੁੰਦੀਆਂ ਹੈਗੀਆਂ ਨੇ। ਉਹਦੇ ਵਿੱਚ ਫਿਰ ਕੀ ਕੀ ਹੋ ਰਿਹਾ ਹੋਊਗਾ, ਇਹਨਾਂ ਗੱਲ ਕਲੀਅਰ ਕਰਕੇ ਚਲੋ ਕਿ ਕਮਿਊਨੀਕੇਸ਼ਨ ਹੋ ਰਿਹਾ ਹੋਊਗਾ, ਰਿਕਾਰਡ ਕੀਪਿੰਗ ਹੋ ਰਹੀ ਹੋਗੀ, ਕੋਆਰਡੀਨੇਸ਼ਨ ਹੋ ਰਿਹਾ ਹੋਊਗਾ, ਉਹਦੀ ਇੱਕ ਰੈਪੂਟੇਸ਼ਨ ਹੋਗੀ ਤੇ ਇੱਕ ਪ੍ਰੋਡਕਟਿਵਿਟੀ ਹੋਏਗੀ। ਇਹ ਸਾਰੀਆਂ ਚੀਜ਼ਾਂ ਇੰਪੋਰਟੈਂਸ ਦਿਖਾਉਂਦੀਆਂ ਨੇ ਆਫਿਸ ਦੀਆਂ ਕਿ ਜੇ ਕਮਿਊਨੀਕੇਸ਼ਨ ਕਰਨਾ ਤੇ ਕਿੱਥੋਂ ਹੋਏਗਾ, ਆਫਿਸ ਤੋਂ ਹੀ ਹੋਏਗਾ ਨਾ। ਅਗਰ ਕੋਈ ਰਿਕਾਰਡ ਸਾਨੂੰ ਲੱਭਣਾ ਹੈਗਾ ਤੇ ਕਿੱਥੋਂ ਲੱਭਾਂਗੇ, ਉਸ ਆਫਿਸ ਤੋਂ ਲੱਭਾਂਗੇ। ਕੋਆਰਡੀਨੇਸ਼ਨ ਕਰਨਾ ਸਾਰੇ ਇੰਪਲੋਇਰਸ ਦਾ ਤੇ ਕਿੱਥੋਂ ਕਰਾਂਗੇ, ਅਗਰ ਕੋਈ ਕਲਾਇੰਟ ਆਇਆ ਉਹਨੇ ਕਿਸੇ ਨੂੰ ਮਿਲਣਾ ਹੈਗਾ ਤੇ ਕਿੱਥੋਂ ਹੋਏਗਾ, ਆਫਿਸ ਤੋਂ ਹੋਏਗਾ। ਉਸ ਆਫਿਸ ਦੀ ਇੱਕ ਰੈਪੂਟੇਸ਼ਨ ਹੁੰਦੀ ਹੈ, ਚਾਹੇ ਸ਼ੇਅਰ ਹੋਲਡਰ ਦੇ ਸਾਹਮਣੇ ਹੋਵੇ, ਚਾਹੇ ਕਲਾਇੰਟਸ ਦੇ ਸਾਹਮਣੇ ਹੋਵੇ, ਕਸਟਮਰ ਦੇ ਸਾਹਮਣੇ ਹੋਵੇ, ਉਹ ਇੱਕ ਰੈਪੂਟੇਸ਼ਨ ਹੁੰਦੀ ਆ। ਉਹ ਪ੍ਰੋਡਕਟਿਵਿਟੀ ਨੂੰ ਕੰਟਰੋਲ ਕਰ ਰਿਹਾ ਹੁੰਦਾ ਆ ਕਿ ਕਿੰਨਾ ਆਪਾਂ ਉਤਪਾਦਕਤਾ ਵਿੱਚ ਵਾਧਾ ਆਪਾਂ ਕਰ ਸਕੀਏ। ਇਹ ਸਾਰੀਆਂ ਚੀਜ਼ਾਂ ਹੁਣ ਪਿਆਰੇ ਬੱਚਿਓ ਆਪਾਂ ਮੇਨ ਪਾਰਟ ਤੇ ਆ ਗਏ ਹੈਗੇ ਆ ਕਿ ਜਦੋਂ ਆ ਸਾਰਾ ਕਨਸੈਪਟ ਆਪਾਂ ਸਮਝ ਲੈਂਦੇ ਆ ਨਾ ਤੇ ਜਿਹੜੇ ਵਿਦਿਆਰਥੀਆਂ ਨੂੰ ਸਾਰਾ ਸਮਝ ਆ ਗਿਆ ਨਾ, ਉਹਨਾਂ ਲਈ ਬੜਾ ਕਲੀਅਰ ਹੋ ਜਾਂਦਾ ਹੈ ਕਿ ਇਹ ਕੁਐਸਚਨ ਦੇ ਆਨਸਰ ਵੀ ਉਹਨਾਂ ਨੂੰ ਸਮਝ ਆ ਰਹੇ ਹੋਣਗੇ। ਆਬਜੈਕਟਿਵ ਕੁਐਸਚਨ ਜਿਹੜੇ ਮਲਟੀਪਲ ਕੁਐਸਚਨਸ ਹੈਗੇ ਨੇ, ਇਹ ਸਾਡੇ ਐਗਜ਼ਾਮੀਨੇਸ਼ਨ ਦੇ ਵੀ ਪੁਆਇੰਟ ਆਫ View ਨਾਲ ਹੁੰਦੇ ਨੇ, ਮਗਰ ਇਹ 'ਚ ਸਭ ਤੋਂ ਵਧੀਆ ਮਦਦ ਮਿਲਦੀ ਹੈਗੀ ਆ ਕਨਸੈਪਟ ਨੂੰ ਸਮਝਣ ਵਿੱਚ। ਜਿਨ੍ਹਾਂ ਨੇ ਆ ਪੂਰਾ ਚੈਪਟਰ ਸਮਝ ਲਿਆ, ਇਹ ਟੌਪਿਕ ਸਮਝ ਲਿਆ ਹੈਗਾ, ਇਹ ਐਪੀਸੋਡ ਚੰਗੀ ਤਰ੍ਹਾਂ ਵੇਖ ਲਿਆ ਹੈਗਾ ਆ, ਉਹਨਾਂ ਨੂੰ ਬਿਲਕੁਲ ਕਲੀਅਰ ਹੋ ਰਿਹਾ ਹੋਗਾ ਕਿ ਕੁਐਸਚਨ ਦੇ ਆਨਸਰ ਕੀ ਨੇ। ਹੁਣ ਮੇਨ ਪਰਪਸ ਕੀ ਹੈਗਾ, ਵਾਟ ਇਜ਼ ਦ ਮੇਨ ਪਰਪਸ ਆਫ ਆਫਿਸ। ਉਹਦਾ ਆਫਿਸ ਦਾ ਕੀ ਹੈਗਾ, ਕਿ ਆਰਾਮ ਦੀ ਕੋਈ ਜਗ੍ਹਾ ਹੈਗੀ ਆ, ਕਿ ਉਹ ਬ੍ਰੇਕ ਲੈਣ ਦੀ ਜਗ੍ਹਾ ਹੈਗੀ ਆ, ਜਾਂ ਉਹ ਕੋਈ EMPLOYE ਦੇ ਸੌਣ ਦੀ ਜਗ੍ਹਾ ਹੈਗੀ ਆ? ਨਹੀਂ, ਉਹ ਕਾਹਦੀ ਜਗ੍ਹਾ ਹੈਗੀ ਆ। ਇੱਕ ਕੁਐਸਚਨ ਦਾ ਆਨਸਰ ਵੀ ਬਣੇਗਾ, ਬੇਸਿਕ ਕਨਸੈਪਟ ਨੂੰ ਸਮਝਣ ਲਈ ਵੀ ਤੁਹਾਨੂੰ ਮਦਦ ਕਰੇਗੀ। ਉਹ ਕੀ ਹੈਗਾ, ਟੂ ਪ੍ਰੋਵਾਈਡ ਏ ਸੈਂਟਰਲ ਲੋਕੇਸ਼ਨ for employees to work together and achieve common goals and objective। ਜਿਹੜੀ ਉਸ ਕੰਪਨੀ ਦੇ ਕਾਮਨ ਗੋਲ ਨੇ, ਆਬਜੈਕਟਿਵ ਨੇ, ਉਹਨਾਂ ਨੂੰ ਪ੍ਰਾਪਤ ਕਰਨ ਵਾਸਤੇ ਇੱਕ ਜਗ੍ਹਾ ਹੈਗੀ ਹੈ ਜਿੱਥੇ ਉਹਨਾਂ ਨੇ ਇਕੱਠਿਆਂ ਕੰਮ ਕਰਨਾ ਹੈਗਾ ਆ, ਤੇ ਉਹ ਇੱਕ ਸੈਂਟਰਲ ਲੋਕੇਸ਼ਨ ਹੁੰਦੀ ਹੈ ਜਿੱਥੇ ਸਾਰੇ ਕੋਲ ਉਹ ਅਵੇਲੇਬਲ ਹੁੰਦੀ ਹੈ ਕਿ ਆਪਾਂ ਇਸ ਜਗ੍ਹਾ ਤੋਂ ਸਾਰਾ ਕੰਮ ਚਲਾਉਣਾ ਹੈਗਾ ਆ। ਤੇ ਇਹਨੂੰ ਆਪਾਂ ਕਹਿੰਦੇ ਆ ਮੇਨ ਪਰਪਸ ਆਫਿਸ ਦਾ। ਆਫਿਸ ਕਰ ਲਈ ਬਣਿਆ ਕਿ ਇੱਕ ਸੈਂਟਰਲ ਲੋਕੇਸ਼ਨ ਆਪਾਂ ਪ੍ਰੋਵਾਈਡ ਕਰ ਸਕੀਏ ਸਾਰੇ ਕਰਮਚਾਰੀਆਂ ਦੇ ਕੰਮ ਕਰਨ ਵਾਸਤੇ, ਤਾਂ ਕਿ ਉਹ ਕਾਮਨ ਗੋਲ ਜਿਹੜੇ ਹੈਗੇ ਨੇ, ਆਬਜੈਕਟਿਵ ਜਿਹੜੇ ਹੈਗੇ ਨੇ, ਉਹਨਾਂ ਨੂੰ ਉਹ ਪ੍ਰਾਪਤ ਕਰ ਸਕਣ। ਇਹ ਇੱਕ ਮੇਨ ਟੀਚਾ ਹੁੰਦਾ, ਮੇਨ ਉਦੇਸ਼ ਹੁੰਦਾ ਸਾਡਾ। ਇਸ ਤੋਂ ਬਾਅਦ ਸੈਕੰਡ ਕੁਐਸਚਨ ਵੱਲ ਆਪਾਂ ਧਿਆਨ ਦਈਏ। How has technology affected the functioning of offices? ਆਫਿਸ ਦੇ ਫੰਕਸ਼ਨ ਵਿੱਚ ਕੀ ਹੋਇਆ, ਕਿ ਉਹ ਰਿਜਿਡ ਤੇ ਇਨਫਲੈਕਸੀਬਲ ਹੋ ਗਿਆ, ਕਿ ਉਹਦੇ ਲਈ ਰਿਮੋਟਲੀ ਕੰਮ ਕਰਨਾ ਔਖਾ ਹੋ ਗਿਆ, ਜਾਂ ਉਹ ਹਾਰਡ ਹੋ ਗਿਆ ਕਮਿਊਨੀਕੇਟ ਤੇ ਕੋਲੈਬੋਰੇਸ਼ਨ ਕਰਨਾ? ਨਹੀਂ, ਇਹ ਸਭ ਨਹੀਂ ਹੋਇਆ। ਸੀ ਪੁਆਇੰਟ ਆਨਸਰ ਹੈਗਾ, ਉਹ ਕੀ ਹੈਗਾ, ਲਚਕਦਾਰ ਤੇ ਅਨੁਕੂਲ। ਹੁਣ ਸਾਡੇ ਜਿਹੜੇ ਦਫ਼ਤਰ ਹੈਗੇ ਨੇ ਉਹ ਲਚਕਦਾਰ ਤੇ ਅਨੁਕੂਲ ਹੋ ਗਏ ਨੇ। ਜਿਹੜੇ ਮਾਡਰਨ ਆਫਿਸ ਜਿਹਨਾਂ ਨੂੰ ਆਪਾਂ ਕਹਿ ਰਹੇ ਹਾਂ ਨਾ, ਉਹ ਲਚਕਦਾਰ ਤੇ ਅਨੁਕੂਲ ਹੋ ਗਏ ਨੇ, ਮੋਰ ਫਲੈਕਸੀਬਲ ਤੇ ਮੋਰ ਅਡੈਪਟੇਬਲ ਹੋ ਗਏ ਨੇ ਚੇਂਜ ਤੋਂ, ਕਿਉਂਕਿ ਚੇਂਜ ਲਗਾਤਾਰ ਆ ਰਿਹਾ ਟੈਕਨੋਲੋਜੀ ਤੋਂ, ਤੇ ਉਹਨੂੰ ਸਮਝਣ ਵਾਸਤੇ ਕਿਤੇ ਨਾ ਕਿਤੇ ਸਾਡੇ ਲਈ ਬਹੁਤ ਜ਼ਰੂਰੀ ਹੈਗਾ ਆ ਕਿ ਆਪਾਂ ਇਹਨਾਂ ਚੀਜ਼ਾਂ ਨੂੰ ਸਮਝੀਏ। ਅੱਛਾ, ਪੁਰਾਣੇ ਜਿਹੜੇ ਵੀ ਆਫਿਸ ਹੁੰਦੇ ਸੀ ਨਾ, ਟ੍ਰੈਡੀਸ਼ਨਲ ਆਫਿਸ, ਉਹ 'ਚ ਇੱਕ ਹਾਇਰਾਰਕੀਕਲ ਸਟਰਕਚਰ ਹੁੰਦਾ ਸੀ। ਇੱਕ ਉੱਪਰ ਆ, ਉਤੋਂ ਨੀਚੇ ਪੂਰੀ ਇੱਕ ਸ਼੍ਰृंखला ਹੁੰਦੀ ਸੀ, ਮਗਰ ਹੁਣ ਆ ਘਟਦੀ ਜਾ ਰਹੀ ਹੈਗੀ ਆ। ਇਹ ਪੁਰਾਣੇ ਆਫਿਸ ਦਾ ਆਪਾਂ ਫੀਚਰ ਕਹਿ ਸਕਦੇ ਹਾਂ, ਨਵੇਂ ਵਿੱਚ ਆਪਾਂ ਇਹਨੂੰ ਨਹੀਂ ਗਿਣਦੇ ਹੈਗੇ। ਵਾਟ ਇਜ਼ ਅ ਫਰੰਟ ਆਫਿਸ ਰਿਸਪੌਂਸਿਬਲ? ਆ ਵੀ ਹੁਣੇ ਕੁਐਸਚਨ ਆਪਾਂ ਕਰ ਰਹੇ ਸੀ, ਕਨਸੈਪਟ ਸਮਝ ਰਹੇ ਸੀ। ਕ੍ਰੀਏਟ ਅ ਪੋਜ਼ਿਟਿਵ ਫਸਟ ਇੰਪ੍ਰੈਸ਼ਨ, ਕਾਦੇ ਵਾਸਤੇ, ਵਿਜ਼ਟਰ ਤੇ ਕਸਟਮਰ ਵਾਸਤੇ। ਪਹਿਲਾ ਜਿਹੜਾ ਚੰਗਾ ਇੰਪ੍ਰੈਸ਼ਨ ਪੈਂਦਾ, ਆਪਾਂ ਕਿਸੇ ਸਕੂਲ ਜਾ ਰਹੇ ਉਹਦੀ ਰਿਸੈਪਸ਼ਨ ਵੇਖ ਰਹੇ, ਆਪਾਂ ਕਿਸੇ ਆਫਿਸ ਜਾ ਰਹੇ ਆ ਉਹਦੀ ਰਿਸੈਪਸ਼ਨ ਵੇਖ ਰਹੇ ਆ, ਉੱਥੇ ਸਾਡਾ ਪਹਿਲਾ ਇੰਪ੍ਰੈਸ਼ਨ ਜਿਹੜਾ ਪੈਂਦਾ ਹੈਗਾ ਆ, ਉਹ ਸਾਡਾ ਫਸਟ ਇੰਪ੍ਰੈਸ਼ਨ ਉੱਥੋਂ ਨਿਕਲ ਕੇ ਆਉਂਦਾ ਹੈਗਾ ਆ। ਤੇ ਇਹਨਾਂ ਚੀਜ਼ਾਂ ਨੂੰ ਆਪਾਂ ਸਮਝਿਆ। ਹੁਣ ਪਿਆਰੇ ਬੱਚਿਓ, ਟਰੂ ਐਂਡ ਫਾਲਸ ਇਹੋ ਜਿਹੀ ਚੀਜ਼ ਹੈਗੀ ਆ, ਅਗਰ ਆਪਾਂ ਇਹਨਾਂ ਨੂੰ ਸਮਝਿਆ ਹੋਵੇ ਤੇ ਸਾਨੂੰ ਪੂਰੇ ਕਨਸੈਪਟ ਦੀ ਨਾ ਕਲੈਰਿਟੀ ਹੋ ਜਾਂਦੀ ਹੈਗੀ ਆ ਕਿ ਇਹ ਜਿਹੜਾ ਆਪਾਂ ਸਾਰਾ ਟੌਪਿਕ ਪੜਿਆ ਹੈਗਾ ਆ, ਇਹਦੇ ਵਿੱਚ ਕਿਹੜੀਆਂ ਚੀਜ਼ਾਂ ਹੈਗੀਆਂ ਸੀ ਜਿਹੜੀਆਂ ਆਪਾਂ ਸਮਝ ਲਈਆਂ ਹੈਗੀਆਂ ਨੇ। ਕਿਉਂਕਿ ਜਿਹੜਾ ਟ੍ਰੈਡੀਸ਼ਨਲ ਆਫਿਸ ਹੈਗਾ ਆ, ਜਿਹਦੇ ਵਿੱਚ ਪੈਨ ਹੈਗੇ ਸੀ, ਜਿਹਦੇ ਵਿੱਚ ਕਾਗਜ਼ ਸਾਨੂੰ ਨਜ਼ਰ ਆ ਜਾਂਦੇ ਸੀ, ਟਾਈਪਰਾਈਟਰ ਨਜ਼ਰ ਆ ਜਾਂਦੇ ਸੀ, ਮਗਰ ਕੋਈ ਟੈਕਨੋਲੋਜੀਕਲ ਟੂਲ ਨਜ਼ਰ ਨਹੀਂ ਆਉਂਦੇ ਸੀ। ਕਮਿਊਨੀਕੇਸ਼ਨ ਵਾਸਤੇ ਵੀ ਆਪਾਂ ਲੈਟਰ ਲਿਖ ਰਹੇ ਹੁੰਦੇ ਹਾਂ ਤੇ ਉਦੋਂ ਕੋਈ ਵਿਅਕਤੀ ਉਹਨੂੰ ਪਹੁੰਚਾ ਰਿਹਾ ਹੁੰਦਾ ਸੀ, ਚਾਹੇ ਡਾਕ ਦੇ ਵਿਭਾਗ ਨਾਲ, ਚਾਹੇ ਉਹਨੂੰ ਵਿਅਕਤੀ ਖੁਦ ਲੈ ਕੇ ਜਾ ਰਿਹਾ ਹੁੰਦਾ ਸੀ, ਤੇ ਫਿਰ ਕਮਿਊਨੀਕੇਸ਼ਨ ਪੋਸੀਬਲ ਹੋ ਰਿਹਾ ਹੁੰਦਾ ਸੀ। ਪਰ ਹੁਣ ਤਾਂ ਬੜਾ ਆਸਾਨ ਹੋ ਗਿਆ। ਹੁਣ ਆਪਾਂ ਕਨਸੈਪਟ ਸਮਝੀਏ ਤਾਂ ਮਾਡਰਨ ਆਫਿਸ emphasize open and collaborative spaces। yes, ਹੁਣ ਤੇ ਬਹੁਤ ਜ਼ਿਆਦਾ ਸਹਿਯੋਗ ਹੋ ਗਿਆ ਹੈ। ਹੁਣ ਕੋਈ ਬਹੁਤ ਟਾਈਮ ਨਹੀਂ ਲੱਗਦਾ ਹੈਗਾ ਕਿ ਆਪਾਂ ਲੈਟਰ ਲਿਖ ਰਹੇ ਤੋਂ ਪਹੁੰਚ ਰਿਹਾ ਹੈਗਾ। ਹੁਣ ਤੇ ਬਹੁਤ ਕਮਿਊਨੀਕੇਸ਼ਨ ਵੱਧ ਗਿਆ ਹੈਗਾ ਆ, ਤੇ ਇਹ ਫਿਰ ਕੀ ਹੋਇਆ, ਸਹੀ ਹੋਇਆ। ਆਧੁਨਿਕ ਦਫ਼ਤਰ ਵਿੱਚ ਖੁੱਲੇ ਤੇ ਸਹਿਯੋਗੀ ਸਥਾਨ ਤੇ ਜ਼ੋਰ ਦਿੱਤਾ ਜਾ ਰਿਹਾ ਹੈਗਾ। ਟੈਕਨੋਲੋਜੀ ਇੰਟੀਗ੍ਰੇਸ਼ਨ ਇਜ਼
ਕੀ ਐਸਪੈਕਟ ਆਫ ਮਾਡਰਨ ਆਫਿਸ। ਦੇਖੋ ਇਹੋ ਤਾਂ ਫਰਕ ਹੈਗਾ ਨਾ ਟ੍ਰੈਡੀਸ਼ਨ ਤੇ ਮਾਡਰਨ ਵਿੱਚ, ਕਿ ਉੱਥੇ ਟੈਕਨੋਲੋਜੀ ਬਹੁਤ ਜ਼ਿਆਦਾ ਆ ਗਈ ਹੈਗੀ ਆ। ਜਿੱਥੇ ਟੈਕਨੋਲੋਜੀ ਜ਼ਿਆਦਾ ਆ ਗਈ ਹੈਗੀ ਆ, ਸਮਝ ਲਓ ਕਿ ਸਾਡਾ ਆਫਿਸ ਹੁਣ ਨਵਾਂ ਹੁੰਦਾ ਜਾ ਰਿਹਾ। ਟ੍ਰੈਡੀਸ਼ਨਲ ਹਾਇਰਾਰਕੀਕਲ ਸਟਰਕਚਰ ਆਰ ਪ੍ਰੀਵੈਲੈਂਟ ਇਨ ਅ ਮਾਡਰਨ ਆਫਿਸ। ਨਹੀਂ ਬੱਚੇ, ਹੁਣੇ ਆਪਾਂ ਸਮਝਾਇਆ ਨਾ, ਇਹ ਟ੍ਰੈਡੀਸ਼ਨਲ ਵਿੱਚ ਹੁੰਦਾ ਸੀ। ਜਿਹੜੇ ਪੁਰਾਣੇ ਆਫਿਸ ਹੁੰਦੇ ਸੀ, ਪਰੰਪਰਾਗਤ ਆਫਿਸ ਹੁੰਦੇ ਸੀ, ਉਹਨਾਂ ਵਿੱਚ। ਆਧੁਨਿਕ ਆਫਿਸ ਵਿੱਚ ਅਸੀਂ ਹਾਇਰਾਰਕੀਕਲ ਆਰਡਰ ਨੂੰ ਬਹੁਤ ਘਟਾ ਦਿੱਤਾ ਹੈਗਾ ਆ। ਇਹ ਜਿਹੜੀ ਅਫਸਰਸ਼ਾਹੀ ਜਿਹਨੂੰ ਕਹਿੰਦੇ ਆ, ਕਿ ਇੱਕ ਤੋਂ ਉੱਤੇ ਦੂਸਰਾ ਬੰਦਾ ਹੈਗਾ ਆ, ਤੇ ਉਹ ਹਰ ਇੰਸਟਰਕਸ਼ਨ ਵਾਸਤੇ ਉਹ ਉਹਨੂੰ ਫੋਲੋ ਕਰ ਰਿਹਾ। ਇਸ ਚੀਜ਼ ਨੂੰ ਹੁਣ ਕਾਫੀ ਹੱਦ ਤੱਕ ਆਪਾਂ ਘਟਾ ਦਿੱਤਾ ਹੈਗਾ ਆ। ਹੁਣ ਆਪਣੇ ਆਫਿਸ ਜਿਹੜੇ ਨਵੇਂ ਆ ਗਏ ਹੈਗੇ ਨੇ, ਇਹਦੇ ਵਿੱਚ ਹੋਰੀਜ਼ੋਨਟਲ ਹਾਇਰਾਰਕੀ ਚੱਲਦੀ ਹੈਗੀ ਆ। ਹਰ ਇੱਕ ਦਾ ਆਪਣਾ ਕੰਮ ਹੈਗਾ, ਉਹਨੂੰ ਦਿਸ਼ਾ ਨਿਰਦੇਸ਼ ਦਿੱਤੇ ਹੋਏ ਨੇ, ਪਲਾਨਿੰਗ ਹੋਈ ਹੋਈ ਆ, ਦੋਸਤੋ ਕੰਮ ਚੱਲ ਰਿਹਾ ਹੈਗਾ। ਇਹ ਮਾਡਰਨ ਆਫਿਸ ਦਾ ਹਿੱਸਾ ਹੈਗਾ ਆ। ਹੁਣ ਇਹ ਤੋਂ ਆਪਾਂ ਹੋ ਰਿਹਾ ਸਸਟੇਨੇਬਿਲਿਟੀ ਇਜ਼ ਅ ਕੀ ਕੰਸੀਡਰੇਸ਼ਨ ਇਨ ਮਾਡਰਨ ਆਫਿਸ ਡਿਜ਼ਾਈਨ। ਬਿਲਕੁਲ ਸਹੀ ਗੱਲ ਹੈਗੀ ਆ ਕਿ ਆਧੁਨਿਕ ਦਫ਼ਤਰ ਵਿੱਚ ਸਥਿਰਤਾ ਜਿਹੜੀ ਹੈਗੀ ਉਹ ਬਹੁਤ ਜ਼ਰੂਰੀ ਹੈਗੀ। ਵੇਖੋ ਹਰ ਆਫਿਸ ਚਾਹੁੰਦਾ ਹੈਗਾ ਕਿ ਉਹ ਸਥਿਰ ਰਵੇ ਤੇ ਲੰਮੇ ਸਮੇਂ ਤੱਕ ਚੱਲਦਾ ਰਵੇ। ਇਸੇ ਤਰ੍ਹਾਂ ਐਨਰਜੀ ਐਫੀਸ਼ੀਐਂਟ, ਹੁਣ ਜਿਹੜੀ ਲਾਈਟਿੰਗ ਵੀ ਆਪਾਂ ਯੂਜ਼ ਕਰਦੇ ਹੈਗੇ ਨਾ, ਉਹ ਇਸ ਤਰ੍ਹਾਂ ਦੀ ਯੂਜ਼ ਕਰਦੇ ਹੈਗੇ ਆ ਜਿਹਦੇ ਵਿੱਚ ਕਿ ਬੜੀ ਆਸਾਨੀ ਰਵੇ, ਰੋਸ਼ਨੀ ਬਣੀ ਰਵੇ, ਤਾਂ ਕਿ ਹਰ ਇੱਕ ਜਿਹੜਾ ਆਉਣ ਵਾਲਾ ਵਿਅਕਤੀ ਆ ਉਹਨੂੰ ਅੰਧੇਰੇ ਦਾ ਸਾਹਮਣਾ ਨਾ ਕਰਨਾ ਪੜੇ, ਜਿਹੜਾ ਕੰਮ ਕਰ ਰਿਹਾ ਉਹਨੂੰ ਸੌਖਾ ਮਾਹੌਲ ਮਿਲੇ। ਤੇ ਪਿਆਰੇ ਬੱਚਿਓ, ਆਪਾਂ ਹੁਣ ਕਿੰਨਾ ਕੁ ਸਮਝਣ ਦੀ ਕੋਸ਼ਿਸ਼ ਕੀਤੀ ਤੇ ਆ ਬੇਸਿਕ ਕਨਸੈਪਟ ਹੈਗਾ ਸੀ ਜਿਹੜਾ ਕਿ ਆਪਾਂ ਸਮਝਿਆ ਤੇ ਤੁਹਾਨੂੰ ਕਲੀਅਰ ਹੋ ਗਿਆ ਹੋਗਾ। ਬਹੁਤ ਬਹੁਤ ਧੰਨਵਾਦ। ਜੈ ਹਿੰਦ।